ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਨਾਲ ਜਿਹੜੇ ਵਿਚਾਰ ਵਟਾਂਦਰੇ ਸਾਂਝੇ ਹੋ ਰਹੇ ਆ ਉਹ ਹਨ ਸਰੀ ਦੇ ਵਿੱਚ ਸਿਹਤ ਸੇਵਾਵਾਂ ਦੇ ਸੰਬੰਧ ਦੇ ਵਿੱਚ ਆਏ ਹੋਏ ਜਿਹੜੇ ਕ੍ਰਾਈਸਿਸ ਨੇ, ਦੁਸ਼ਵਾਰੀਆਂ ਨੇ, ਉਸ ਦੇ ਸੰਬੰਧ ਦੇ ਵਿੱਚ ਨੇ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਸ਼ਾਮਲ ਕਰ ਸਕਦੇ ਹੋ 604-449-4444 ਤੇ ਕਾਲ ਕਰਕੇ 604-449-4444 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਜਿਹੜਾ ਤੁਹਾਡਾ ਆਪਣਾ ਨਜ਼ਰੀਆ ਉਸ ਨੂੰ ਸ਼ਾਮਲ ਕਰ ਸਕਦੇ ਹੋ ਕਿ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੀ ਦਰ, ਉਹਨਾਂ ਦੀ ਮਿਕਦਾਰ, ਤੌਰ ਤਰੀਕਿਆਂ ਦੇ ਵਿੱਚ ਆਏ ਹੋਏ ਜਿਹੜੇ ਫਰਕ ਨੇ ਉਹਨਾਂ ਦੇ ਮੁਤਲਕ ਤੁਹਾਡਾ ਆਪਣਾ ਤਜਰਬਾ ਕੀ ਰਿਹਾ, ਤੁਹਾਡਾ ਆਪਣਾ ਨਜ਼ਰੀਆ ਕੀ ਹੈ, ਅਤੇ ਨਾਲ ਦੀ ਨਾਲ ਇਹਦੇ ਵਿੱਚ ਜਿਹੜਾ ਸੁਲਝਾਅ ਅਤੇ ਸੁਧਾਰ ਹੈ ਉਸ ਦੇ ਮੁਤਲਕ ਵੀ ਗੱਲਬਾਤ ਹੋ ਰਹੀ ਹੈ। ਔਰ ਨਿਰਸੰਦੇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਪਿਆ ਹੋਇਆ ਜਿਹੜਾ ਬਹੁਤੇ ਜ਼ਿਆਦਾ ਪੇਸ਼ੈਂਟਸ ਦਾ ਭਾਰ ਹੈ ਉਸ ਨੂੰ ਘਟਾਉਣ ਦੇ ਲਈ, ਲੋਕਾਂ ਦੇ ਇੰਤਜ਼ਾਰ ਦਾ ਸਮਾਂ ਹੋਰ ਜ਼ਿਆਦਾ ਘਟਾਉਣ ਲਈ ਜਿਹੜੀਆਂ ਅਰਜੈਂਟ ਕੇਅਰ ਸੈਂਟਰ ਨੇ ਉਹ ਵੀ ਖੁੱਲ੍ਹੇ ਗਏ। ਔਰ ਸ਼ਹਿਰ ਦੇ ਵਿੱਚ ਕਈ ਸਾਰੇ ਹਨ, ਵਾਕ ਇਨ ਕਲੀਨਿਕਸ ਵੀ ਬਹੁਤ ਨੇ, ਪਰ ਉਸ ਦੇ ਬਾਵਜੂਦ ਜਿਹੜਾ ਮਸਲਾ ਹੈ ਉਹ ਹੱਲ ਨਹੀਂ ਹੋਇਆ। ਉਸ ਦੇ ਵਿੱਚ ਜਿਹੜਾ ਫਰਕ ਹੈ ਉਹ ਉਤਨਾ ਜ਼ਿਆਦਾ ਨਹੀਂ ਪਿਆ। ਤਾਂ ਪਿੱਛੇ ਜੇ ਇਸ ਗੱਲ ਦਾ ਵੀ ਜ਼ਿਕਰ ਹੋਇਆ ਖਾਸ ਤੌਰ ਦੇ ਉੱਤੇ ਫਰੇਜ਼ਰ ਹੈਲਥ ਨੇ ਕਿਹਾ ਜੀ ਸਾਡੇ ਪਾਸ ਜਿਹੜੇ ਡਾਕਟਰਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਵੀ ਬਾਹਰ ਆਈਆਂ, ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਕਰਮਚਾਰੀਆਂ ਦੀ ਕਮੀ ਹੈ। ਭਾਵ ਡਾਕਟਰਸ ਅਤੇ ਨਰਸਿਸ ਜਿਹੜੇ ਕਿ ਹਸਪਤਾਲ ਦੇ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਨੇ ਉਹਨਾਂ ਦੀ ਕਮੀ ਹੈ। ਪਿੱਛੇ ਜਿਹੀ ਇੱਕ ਰਿਪੋਰਟ ਇਹ ਵੀ ਆਈ ਸੀ ਕਿ ਕਿਸ ਪ੍ਰਕਾਰ ਕਿਸੇ ਜਦੋਂ ਪੇਸ਼ੈਂਟ ਐਮਰਜੈਂਸੀ ਦੇ ਵਿੱਚ ਜਾਂਦਾ ਹੈ ਤਾਂ ਉਸ ਨੂੰ ਇੱਕ ਡਾਕਟਰ ਹੈ ਜਿਹੜਾ ਉਹ ਨਿਰਧਾਰਿਤ ਕੀਤਾ ਜਾਂਦਾ ਕਿ ਪੇਸ਼ੈਂਟ ਨੂੰ ਐਡਮਿਟ ਕਰਨ ਵਾਲਾ ਜਿਹੜਾ ਫਿਜ਼ੀਸ਼ੀਅਨ ਉਹ ਅਵੇਲੇਬਲ ਨਹੀਂ, ਕਿਉਂਕਿ ਉਹਨਾਂ ਦੀ ਕਮੀ ਹੈ। ਹਰ ਇੱਕ ਖੇਤਰ ਦੇ ਵਿੱਚ ਕਮੀ ਦਾ ਜਿਹੜਾ ਹਵਾਲਾ ਦਿੱਤਾ ਗਿਆ, ਪੇਸ਼ੈਂਟ ਨੂੰ ਐਡਮਿਟ ਕਰਨ ਵਾਲਾ ਡਾਕਟਰਾਂ ਦੀ ਕਮੀਆਂ, ਸਪੈਸ਼ਲਿਸਟਸ ਦੀ ਕਮੀਆਂ, ਨਰਸਾਂ ਦੀ ਕਮੀਆਂ, ਹਰ ਇੱਕ ਖੇਤਰ ਦੇ ਵਿੱਚ ਇਹ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਕਮੀ ਹੈ। ਪਰ ਨਾਲ ਦੀ ਨਾਲ ਪ੍ਰਾਈਵੇਟ ਖੇਤਰ ਵਾਲਿਆਂ ਦੇ ਵੱਲੋਂ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕੀਤਾ ਜਾ ਰਿਹਾ ਕਿ ਉਹਨਾਂ ਪਾਸ ਡਾਕਟਰਸ ਦੀ, ਨਰਸਿਸ ਦੀ, ਸਪੈਸ਼ਲਿਸਟਸ ਦੀ ਜਾਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਹੈ। ਉਹਨਾਂ ਦਾ ਵਪਾਰ ਹੈ ਜਿਹੜਾ ਸੁੱਖ ਨਾਲ ਸਗਾ ਤਰੱਕੀ ਨਾਲ ਚੱਲ ਰਿਹਾ। ਔਰ ਕਈਆਂ ਦਾ ਤਾਂ ਇਹ ਕਹਿਣਾ ਕਿ 24 ਘੰਟੇ ਸਾਡਾ ਤਾਂ ਜਿਹੜਾ ਕੰਮ ਹੈ ਉਹ ਬੜੇ ਜੋਸ਼ੋ ਖਰੋਸ਼ ਨਾਲ ਚੱਲ ਰਿਹਾ। ਇਹਦੇ ਵਿੱਚ ਇੱਕ ਸਵਾਲ ਪਿਛਲੇ ਦਿਨਾਂ ਦੇ ਵਿੱਚ ਅਚਾਨਕ ਖੁੱਲ੍ਹ ਕੇ ਬਾਹਰ ਆਇਆ, ਉਹ ਇਹ ਆਇਆ ਕਿ ਕੀ ਫਰੇਜ਼ਰ ਹੈਲਥ ਵੱਡੀ ਮਾਤਰਾ ਦੇ ਵਿੱਚ ਫਰੇਜ਼ਰ ਹੈਲਥ ਦੇ ਖੇਤਰ ਦੇ ਵਿੱਚ ਪੈਣ ਵਾਲੇ ਹਸਪਤਾਲ ਜਾਂ ਸਰਵਿਸਿਜ਼ ਦੇਣ ਵਾਲੇ ਜਿਹੜੇ ਖੇਤਰ ਨੇ ਉੱਥੇ ਕ੍ਰਾਈਸਿਸ ਜ਼ਿਆਦਾ ਨੇ ਕੰਪੈਰੇਟਿਵਲੀ। ਬੇਸ਼ੱਕ ਇਸ ਨੂੰ ਅਣਗੌਲਿਆ ਇਸ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੱਸੋਂ ਦੀ ਔਰ ਰਕਬਾ ਵੱਡਾ ਫਰੇਜ਼ਰ ਹੈਲਥ ਦਾ ਔਰ ਬੱਸੋਂ ਵੀ ਜ਼ਿਆਦਾ ਹੈ, ਇਸ ਕਰਕੇ ਹੈ। ਪਰ ਇਹਦੇ ਵਿੱਚ ਨਾਲ ਸਵਾਲ ਇਹ ਵੀ ਉੱਠਣਾ ਇਹ ਸ਼ੁਰੂ ਹੋਇਆ ਕਿ ਕਿਉਂਕਿ ਫਰੇਜ਼ਰ ਹੈਲਥ ਦੇ ਜਿਹੜੇ ਸਾਂਭੋ ਸੰਭਾਲ ਕਰਨ ਵਾਲੀ ਟੀਮ ਹੈ ਉਹ ਆਪਣੀ ਕਾਰਗੁਜ਼ਾਰੀ ਸਹੀ ਨਹੀਂ ਕਰਦੀ ਕਿ ਉਹ ਸਰਵਿਸਿਜ਼ ਸਹੀ ਤਰੀਕੇ ਨਾਲ ਦੇਣ ਦੇ ਵਿੱਚ ਸਮਰਥ ਨੇ। बिल्कुल, ये एक सवाल ज़रूर बन रहा है दीदी। और एक और सवाल जो मैं ज़रूर आज लिसनर से भी करना चाहूँगी कि जो कितने लोग हैं हम में से जिनके पास फैमिली डॉक्टर नहीं है। फैमिली डॉक्टर्स की इतनी कमी क्यों है, वाई? और इतनी कमी फैमिली डॉक्टर्स को की है, कहते BC में तकरीबन 60% अडल्ट्स के पास डॉक्टर्स नहीं है, फैमिली डॉक्टर्स नहीं है। और अगर फैमिली डॉक्टर्स ढूंढना पड़े तो एवरी क्लिनिक यू कॉल, आई हैव डन दिस रिसर्च माई सेल्फ, एवरी क्लिनिक यू कॉल दे से वी डोंट एक्सेप्ट न्यू पेशेंट्स, वी डोंट एक्सेप्ट न्यू पेशेंट्स। सो जो लोग सरी में रहते हैं वो कहाँ जाए? So when you don't have a family doctor, you either go to walk-in clinics, and now walk-in clinics say they don't have room. They don't have room available. Then you end up going to emergency. शायद आपके जो health issue है वो emergency है नहीं, but you end up at the emergency because you don't have any other sources to go see a doctor. सो ये एक बहुत बड़ा मसला है अगर आपके पास फैमिली डॉक्टर नहीं है। एंड देन द नेक्स्ट ऑप्शन यू हैव इज़ टू गो टू द वॉक इन क्लिनिक। वॉक इन क्लिनिक इतना ज़्यादा बिजी हो चुके हैं तो वो कहते कि वी कैन नॉट एक्सेप्ट एनी मोर पेशेंट्स नाउ, दरवाज़ा बंद हो गया। अब द ओनली प्लेस दे कैन गो इज़ एमरजेंसी, और एमरजेंसी शायद उनका सिचुएशन एमरजेंसी नहीं है बट एमरजेंसी गेट्स फ्लडेड टू विद पेशेंट्स लाइक दैट।
ਨਾਲੇ ਅੱਛਾ ਨਾ ਜਿਹੜੀ ਵਾਕ ਇਨ ਕਲੀਨਿਕ ਹੈ ਨਾ, ਵਾਕ ਇਨ ਕਲੀਨਿਕ ਯੂ ਕੈਨ ਵਾਕ ਇਨ, ਤੇ ਉਦੋਂ ਤਰਾਸਦੀ ਵੱਧਦੀ ਜਦੋਂ ਵਾਕ ਇਨ ਕਲੀਨਿਕ ਵਾਲੇ ਕਹਿੰਦੇ ਤੁਹਾਡੇ ਪਾਸ ਅਪਾਇੰਟਮੈਂਟ ਹੈ, ਡੂ ਯੂ ਹੈਵ ਅਪਾਇੰਟਮੈਂਟ, ਵਾਕ ਇਨ ਕਲੀਨਿਕ ਵਾਲੇ ਪੁੱਛ ਕਹਿੰਦੇ ਆ। ਹਾਂਜੀ, ਤਾਂ ਉਹਦਾ ਫਿਰ ਇੱਕ ਸਵਾਲ ਹੋਰ ਵੱਡਾ ਪੈਦਾ ਹੁੰਦਾ ਹੈ, ਇਹ ਵਾਕ ਇਨ ਕਲੀਨਿਕ ਆ ਜਾਂ ਇਹਦਾ ਕੋਈ ਨਾਂ ਹੋਰ ਹੈ? ਬਿਲਕੁਲ ਨਾ ਕੋਈ ਯਾਰ, ਸਾਡੇ ਵਿੱਚੋਂ ਬੇਅੰਤ ਲੋਕ ਨੇ, ਜਿਸ ਤਰ੍ਹਾਂ ਆਸ਼ਾ ਨਾਲ ਗੱਲ ਕਰਦੇ ਸੀ ਪਹਿਲਾਂ ਕਿ ਸਾਨੂੰ ਆਪਣੇ ਸ਼ਹਿਰ ਦੇ ਵਿੱਚ ਡਾਕਟਰ ਨਹੀਂ ਮਿਲਦੇ, ਸਾਨੂੰ ਹੋਰ ਸ਼ਹਿਰ ਦੇ ਜਿਹੜੇ ਡਾਕਟਰ ਨੇ ਉਹਨਾਂ ਤੋਂ ਸਰਵਿਸਿਜ਼ ਲੈਣੀ। ਅੱਜ ਕੱਲ੍ਹ ਲੋਕੀ ਹਰ ਕੋਈ ਡਰਦੇ ਆ ਵੀ ਜੇ ਡਾਕਟਰ ਦਾ ਬਾਏ ਖੁਦਾ ਨਾ ਖਾਸਤਾ ਮੇਰਾ ਡਾਕਟਰ ਰਿਟਾਇਰ ਹੋ ਗਿਆ ਜਾਂ ਉਹਦਾ ਦਫ਼ਤਰ ਬੰਦ ਹੋ ਗਿਆ ਜਾਂ ਉਹ ਮੂਵ ਹੋ ਗਿਆ ਕਿਧਰੇ, ਤਾਂ ਮੈਨੂੰ ਨਵਾਂ ਡਾਕਟਰ ਕਿੱਥੋਂ ਮਿਲੇਗਾ? ਫੈਮਿਲੀ ਡਾਕਟਰ ਲੱਭਣਾ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਬਣਿਆ ਹੋਇਆ। ਬਿਲਕੁਲ। ਕਿਉਂ? ਇਹਦੇ ਵਿੱਚ ਇੱਕ ਹੋਰ ਸਵਾਲ ਪੈਦਾ ਹੁੰਦਾ ਆਸ਼ਾ ਨਾ, ਹਾਂਜੀ, ਜਦੋਂ ਜ਼ਿਆਦਾ ਤੁਹਾਨੂੰ ਆਪਣੇ ਮੈਡੀਕਲ ਸੀਟਾਂ ਦੀ ਗੱਲ ਹੁੰਦੀ ਸੀ ਜੀ, ਮੈਡੀਕਲ ਸੀਟਾਂ ਦੇ ਵਿੱਚ ਵਾਧਾ ਨਾ ਹੋਣਾ, ਬੱਚਿਆਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਾਣਾ ਪੜ੍ਹਨ, ਫਿਰ ਅਮਰੀਕਾ 'ਚ ਆਉਣਾ, ਉੱਥੇ ਹੀ ਰਹਿ ਪੈਣਾ, ਔਰ ਫਿਰ ਵਾਪਸ ਹੈ ਜਿਹੜਾ ਆਪਣੇ ਮੁਲਕ ਦੇ ਵਿੱਚ ਨਾ ਆਉਣਾ, ਉਹ ਇੱਕ ਤਰੀਕੇ ਨਾਲ ਬ੍ਰੇਨ ਡਰੇਨ ਹੈ। ਔਰ ਉਹ ਵੀ ਸਾਡੇ ਵਿੱਚ, ਸਾਡੇ ਸੂਬੇ ਦੇ ਵਿੱਚ, ਸਾਡੇ ਖੇਤਰੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਹੋਇਆ, ਥੋੜ੍ਹਾ ਨਹੀਂ ਬਹੁਤ ਜ਼ਿਆਦਾ ਹੋਇਆ। ਔਰ ਇਹਦੇ ਨਾਲ ਇੱਕ ਨੁਕਤੇ ਨੂੰ ਹੋਰ ਨੂੰ ਸਰਕਾਰ ਨੇ ਥੋੜ੍ਹੀ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਬਾਹਰੋਂ ਪੜ੍ਹੇ ਹੋਏ ਡਾਕਟਰ ਨੇ ਉਹਨਾਂ ਨੂੰ ਕਿਸ ਪ੍ਰਕਾਰ ਕੁਝ ਕੁ ਵਿਧੀ ਵਿਧਾਨ ਤੋਂ ਪਾਸ ਕਰਨ ਤੋਂ ਉਪਰੰਤ ਉਹਨਾਂ ਦੀ ਕ੍ਰੈਡੀਬਿਲਟੀ ਚੈੱਕ ਤੇ ਸਭ ਕੁਝ ਅਪਗ੍ਰੇਡ ਕਰਨ ਤੋਂ ਬਾਅਦ ਉਹ ਕਿਸ ਪ੍ਰਕਾਰ ਜਿਹੜੀਆਂ ਸੇਵਾਵਾਂ ਨੇ ਦੇ ਸਕਦੇ ਨੇ। ਕਈਆਂ ਦਾ ਸੀ ਕਿ ਕਿਸੇ ਹੋਰ ਡਾਕਟਰ ਦੇ ਨਾਲ ਮਿਲ ਕੇ ਤੁਸੀਂ ਉਹਨਾਂ ਦੀ ਦੇਖ ਰੇਖ ਹੇਠਾਂ ਕੰਮ ਕਰਦੇ ਹੋ। ਪਰ ਹੁਣ ਗੱਲ ਇਹ ਹੋਈ ਹੈ ਕਿ ਅੱਗ ਤਾਂ ਬਨੇਰਿਆਂ ਨੂੰ ਹੁਣ ਲੱਗੀ ਹੋਈ ਆ, ਖੂਹ ਪੱਟਣਾ ਹੁਣ ਸ਼ੁਰੂ ਹੋਇਆ। ਕਦੋਂ ਖੂਹ ਪੱਟਿਆ ਜਾਊ, ਕਦੋਂ ਖੂਹ 'ਚੋਂ ਪਾਣੀ ਨਿਕਲੂ ਤੇ ਫਿਰ ਉਹਦੇ ਨਾਲ ਬਨੇਰਿਆਂ ਤੇ ਲੱਗੀ ਹੋਈ ਅੱਗ ਹੈ ਜਿਹੜੀ ਉਹ ਬੁਝਾਈ ਜਾਏਗੀ। ਇਸੇ ਕਰਕੇ ਜਿਹੜਾ ਮਸਲਾ ਆਸ਼ਾ ਨਾ ਉਸ ਨੂੰ ਯਕਦਮ ਹੈ ਜਿਹੜਾ ਉਹਦਾ ਸੰਵਿਧਾਨ ਆ, ਕਿਸੇ ਨੂੰ ਕੁਛ ਉਹਦਾ ਸਮਾਧਾਨ ਕਿਸੇ ਨੂੰ ਯਕਦਮ ਮਿਲਦਾ ਨਹੀਂ ਹੈਗਾ। ਕਾਰਨ ਹੈ ਕਿ ਪਹਿਲੀਆਂ ਸਰਕਾਰਾਂ ਨੇ ਜਿਹੜੀਆਂ ਪਹਿਲੀਆਂ ਵਕਤ ਦੇ ਵਿੱਚ ਮੋਹਰੀ ਬੈਠੇ ਹੋਏ ਸਨ, ਚਾਹੇ ਸ਼ਹਿਰ ਦੇ ਹੋਣ ਤੇ ਚਾਹੇ ਸੂਬੇ ਦੇ ਹੋਣ ਤੇ ਚਾਹੇ ਹੁਣ ਜੀ ਇਹ ਆਪਣੇ ਹੈਲਥ ਜਿਹੜੇ ਸਾਡੇ ਸੈਕਸ਼ਨਸ ਨੇ ਉਹਨਾਂ ਦੇ, ਫਰੇਜ਼ਰ ਹੈਲਥ ਦੇ, ਉਹਨਾਂ ਨੇ ਪੁਖਤਾ ਕਦਮ ਨਹੀਂ ਚੱਕੇ। ਵਰਨਾ ਤੁਸੀਂ ਦੱਸੋ ਵੈਨਕੂਵਰ ਕੋਸਟਲ ਹੈਲਥ ਤੇ ਫਰੇਜ਼ਰ ਹੈਲਥ ਦੇ ਵਿੱਚ पर कैपिटा ਦੇ ਵਿੱਚ ਇੰਨਾ ਜ਼ਿਆਦਾ ਫਰਕ ਕਿਵੇਂ ਹੋਵੇ ਫंडिंग ਦਾ। बिल्कुल। और इसके साथ साथ जब सवाल ये उठाया गया कि BC में ये डॉक्टर शॉर्टेज के बारे में क्या किया जाएगा, तो कहते हैं कि यूनिवर्सिटी ऑफ ब्रिटिश कोलंबिया will begin in July to train 186 recent medical school graduates to become family physicians, or filling all of its available residency spots at a time when there is a severe shortage of primary care doctors across Canada. So 186 जो recent medical school graduates है दीदी, उनको शायद they will be replacing many of the doctors, और कई doctors जो है जो retire होना चाहते हैं just because of shortages of doctors, they are not actually going, they are not actually living, because doctors भी शुरू से जब काम करते हैं लोगों के इलाज करने के लिए, केयर करने के लिए, they get into that mode, और उन्हें पता है कि डॉक्टर्स की शॉर्टेज है, वो अपने आप को गिल्टी फील करते हैं कि knowing that the shortage है और हम रिटायरमेंट ले ले और हमारे जो पेशेंट्स है where are they gonna go. So many of the family doctors जो है वो इसी वजह से रिटायरमेंट नहीं ले रहे। और ਇਹੋ ਜਿਹੇ ਡਾਕਟਰ ਕਿੰਨੇ ਨੇ ਆਸ਼ਾ ਨਾ ਜਿਨ੍ਹਾਂ ਦੀ ਖੁਦ ਆਪਣੀ ਜਿਹੜੀ ਉਮਰ ਤੇ ਸਿਹਤ ਆ ਹੁਣ ਨਾ, ਉਹ ਮਤਲਬ ਇੰਨਾ ਜ਼ਿਆਦਾ ਜਿਹੜਾ ਪ੍ਰੈਸ਼ਰ ਆ, ਸਟ੍ਰੈਸ ਆ ਜਿਹੜਾ ਉਹ ਬਰਦਾਸ਼ਤ ਕਰਨ ਤੋਂ ਵਿੱਚ ਦਿੱਕਤ ਆਉਂਦੀ ਆ, ਬਟ ਦੇ ਆਰ ਡੂਇੰਗ ਇਟ ਫॉर ਦਾ ਕਿ ਉਹਨਾਂ ਨੂੰ ਆਪਣੇ ਕੰਮ ਦੇ ਨਾਲ ਪਿਆਰਾ ਔਰ ਇਸ ਵਕਤ ਜ਼ਰੂਰਤ ਹੈ। ਔਰ ਤੁਸੀਂ ਇਹ ਦੇਖੋ ਵੀ ਇਹ ਜਿਹੜੀ ਆਪਣੇ ਫੈਮਿਲੀ ਡਾਕਟਰਸ ਨੂੰ ਰੈਜ਼ੀਡੈਂਸੀ ਦੇਣ ਦੀ ਗੱਲ ਹੈ, ਇਹ ਹੁਣ ਸੀਟਾਂ ਵਧਾਈਆਂ ਜਾ ਰਹੀਆਂ ਨੇ। ਇਹ ਤੋਂ ਪਤਾ ਲੱਗਦਾ ਹੈ ਕਿ ਜਦੋਂ ਸਰਕਾਰ ਹੈ ਜਿਹੜੀ ਸਾਡਾ ਮੁਲਕ ਹੈ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਨਵੇਂ ਲੋਕਾਂ ਨੂੰ ਬੁਲਾ ਰਿਹਾ ਹੈ ਤੇ ਉਹਨਾਂ ਦੀ ਸਾਂਭੋ ਸੰਭਾਲ ਕਰਨ ਲਈ ਜਿਹੜੇ ਡਾਕਟਰਸ ਨੂੰ ਰੈਜ਼ੀਡੈਂਸੀ ਅਸੀਂ ਹੁਣ ਸੀਟਾਂ ਵਧਾਉਣ ਦੀ ਗੱਲ ਕਰ ਰਹੇ ਹਾਂ।
देखो पूरी तरह प्लानिंग है नहीं। बिल्कुल। और इसके साथ जो न्यू डील में कहते जो फैमिली डॉक्टर्स है दीदी, उनको जो रेज है, उनको पहले फैमिली डॉक्टर्स वर गेटिंग 250,000, तो अब अराउंड 385,000 उनका जो इनकम है वो रेज किया गया है, एंड दैट्स व्हाट दे वुड बी मेकिंग नाउ। लेकिन हाँ, शॉर्टेज अब भी डॉक्टर्स की इतना ज़्यादा है। It is something that we all have to really think. Fraser Health के जो CEO है विक्टोरिया ली है, जो कहती है कि और इलाकों से हेल्प लेकर आएगी सरी मेमोरियल हॉस्पिटल में। I don't think that's gonna work because that's not gonna work. पैंडेमिक के दौरान कहते हैं कि हमारे सरी के डॉक्टर्स दूसरे इलाकों में रीजन्स में हेल्प कर रहे थे। Obviously they were because that was need at that time. लेकिन ये हम पैंडेमिक की गल नहीं कर रहे। This is a crisis which has you cannot have a small fix to it. You have to have a permanent fix to it. ਅੱਛਾ ਨਾ, ਇਹ ਆਪਣੇ ਆਪ ਨਾ ਕੁਝ ਕੁ ਮਹੀਨਿਆਂ ਦੇ ਵਿੱਚ ਬਦਲੀ ਹੋਈ ਬਿਆਨਬਾਜ਼ੀ ਦੱਸਦੀ ਹੈ हाँ जी। ਕਿ ਧਿਆਨ ਹੀ ਨਹੀਂ ਦਿੱਤਾ, हाँ। ਲੋਕਾਂ ਨੂੰ ਸੁਣਿਆ ਹੀ ਨਹੀਂ, ਤਵੱਜੋ ਹੀ ਨਹੀਂ ਦਿੱਤੀ। ਇਹ ਉਹੀ ਨੇ ਫਰੇਜ਼ਰ ਹੈਲਥ ਦੇ ਮੁਖੀ ਔਰ ਬੋਰਡ ਵਗੈਰਾ ਜਿਹੜੇ ਪਹਿਲਾਂ ਇਸ ਕ੍ਰਾਈਸਿਸ ਨੂੰ ਮੰਨਦੇ ਤੱਕ ਹੈ ਨਹੀਂ ਸੀ ਵੀ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਕ੍ਰਾਈਸਿਸ ਨੇ, ਲੋਕੀ ਪਿੱਟਦੇ ਸੀ। ਔਰ ਜਦੋਂ ਡਾਕਟਰਾਂ ਨੇ ਦੱਸਿਆ ਵੀ ਕਿਸ ਪ੍ਰਕਾਰ ਕੀ ਹਾਲਤ ਨੇ ਉੱਥੇ, ਈਵਨ ਇਨਫੈਂਟ ਇੱਕ ਬੱਚੇ ਦੀ ਮੌਤ ਵੀ ਹੋਈ, ਉਹ ਤੋਂ ਬਾਅਦ ਇਹਨਾਂ ਨੇ ਐਕਨੋਲੇਜ ਕਰਨਾ ਸ਼ੁਰੂ ਕੀਤਾ ਤਾਂ ਕਹਿੰਦੇ ਜੀ ਅਸੀਂ ਬਾਹਰੋਂ ਮਦਦ ਮੰਗ ਰਹੇ ਹਾਂ ਹੁਣ। ਇਹਦਾ ਮਤਲਬ ਜਿਹੜੇ ਉੱਚ ਅਧਿਕਾਰੀ ਨੇ ਉਹ ਕੀ ਕੰਨਾਂ ਦੇ ਵਿੱਚ ਤੇਲ ਪਾ ਕੇ ਬੈਠੇ ਨੇ ਕਿ ਉਹਨਾਂ ਨੂੰ ਸੁਣਦਾ ਨਹੀਂ, ਜਾਂ ਕਿ ਉਹਨਾਂ ਲਈ ਸਿਰਫ ਔਰ ਸਿਰਫ ਇੱਕ ਸੰਸਥਾ ਤੇ ਵਪਾਰ ਹੈ। ਜੇ ਇਹਨਾਂ ਦੇ ਵਿੱਚ ਦੇਖੋ ਆਸ਼ਾ ਨਾ, ਜਿਉਂ ਐਂਪਥੀ ਦੀ ਕਮੀ ਹੁੰਦੀ ਜਾਂਦੀ ਆ ਨਾ, ਜਿਹੜੀ ਮਾਨਵਤਾ ਦੇ ਪ੍ਰਤੀ ਤੁਹਾਡਾ ਸਹਿਚਾਰ ਹੈ ਉਹ ਘਟਦਾ ਜਾਂਦਾ। ਇੱਕ ਲਫ਼ਜ਼ ਹੋਰ ਵਰਤਿਆ ਜਾਂਦਾ, ਜਦੋਂ ਬੰਦਾ ਬੇਹਿੱਸ ਜਿਹਾ ਹੋ ਜਾਂਦਾ ਹੈ ਤਾਂ ਉਹ ਸੋਚਦਾ ਵੀ ਦੇਖੋ ਮੈਂ ਤਾਂ ਇਹ ਜਮ੍ਹਾਂ ਹਾਨੀ ਲਾਭ ਹਾਨੀ ਤੇ ਜਮ੍ਹਾਂ ਤੇ ਮਨਫੀ ਦੇ ਹਿਸਾਬ ਦੇ ਨਾਲ ਚੱਲਦਾ, ਔਰ ਉਹ ਵੀ ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ। ਇਟ ਇਜ਼ ਅ ਮੋਸਟ ਡੇਂਜਰਸ ਥਿੰਗ। ਇੱਕ ਡਾਕਟਰ ਜਦੋਂ ਕੱਟ ਲਾਉਂਦਾ ਨਾ, ਜੇ ਉਹਦੀ ਮਨਸ਼ਾ ਮਰੀਜ਼ ਨੂੰ ਰਾਹਤ ਦਿਵਾਉਣ ਲਈ ਔਰ ਸਰੀਰ ਦੇ ਵਿੱਚ ਆਈ ਹੋਈ ਕਮੀ ਤੇ ਕਤਾਹੀ ਨੂੰ ਦੂਰ ਕਰਨ ਦੀ ਹੈ, ਤਾਂ ਉਹਦਾ ਕੱਟ ਲਾਉਣ ਦਾ ਵੱਖਰੀ ਸੋਚ ਤੇ ਵੱਖਰਾ ਅੰਦਾਜ਼ ਹੋਏਗਾ। ਕੱਟ ਤਾਂ ਚਾਕੂ ਦੇ ਨਾਲ ਮਾਰਨ ਵਾਲਾ ਵੀ ਲਾਉਂਦਾ। ਬਿਲਕੁਲ। ਔਰ ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਕਮੀ ਮਹਿਸੂਸ ਕੀਤੀ ਗਈ ਹੈ, ਔਰ ਉਹਦੇ ਉੱਤੇ ਪਰਦਾ ਜਿਹੜੀ ਬਿਆਨਬਾਜ਼ੀ ਆ ਬਾਹਰ ਨਿਕਲ ਕੇ ਜਿਹੜਾ ਕੋਈ ਮਰਜ਼ੀ ਪਾਉਂਦਾ ਰਹੇ। बिल्कुल। We'll be right back after a quick commercial break. साथ जरूर देते रहिए, सुनते रहिए www.mwlife.ca। रोजाना खबरों विच असॉल्ट, सैक्शुअल असॉल्ट, थेफ्ट, ड्राइविंग ऑफेंसेस ते होर बड़े क्रिमिनल एक्टिविटीज बारे सुनते हाँ। कई बारी गऊमार हो जाती है, चालबाज लोग साऊ बंदे नूं फसा दिंदे ने ते नाले क्रिमिनल चार्जेस लगवा दिंदे ने। अगर तुसी भी क्रिमिनल चार्जेस का सामना कर रहे हो तो नौजवान वकील जो 4 प्रोविंस BC, अल्बर्टा, मैनीटोबा, ओंटारियो विच गुंझलदार केसेस जित्ते हन, क्रिमिनल लॉयर गगन नाहल। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 47 69 6625 152 A Street, Surrey। For all criminal charges, call Gagan Nahal 604 527 4769। ਕੈਨੇਡੀਅਨ ਸਰੀ ਵੈਜੀ ਪੀਜ਼ਾ ਤੇ ਕਰੀ ਹਾਊਸ 100% ਪਿਓਰ ਵੈਜੀਟੇਰੀਅਨ ਪੀਜ਼ਿਆਂ ਦਾ ਵੱਖਰਾ ਸਵਾਦ ਮਾਣਨਾ ਚਾਹੁੰਦੇ ਹੋ ਤਾਂ ਕਰੋ ਕਾਲ 604 597 1110, ਯੂਨਿਟ ਨੰਬਰ 106 8077 ਕਿੰਗ ਜੋਰਜ ਬੁਲੇਵਾਰਡ ਦੇ ਉੱਤੇ। ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ, ਫਰਾਈਆਂ ਵਾਲਾ ਪੀਜ਼ਾ, ਫ੍ਰੈਂਚ ਵੈਟ ਬ੍ਰੈਡ ਪੀਜ਼ਾ, ਵੈਜੀਟੇਰੀਅਨ ਸੁਪਰੀਮ ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ। 3 ਲਾਰਜ ਪੀਜ਼ੇ ਆਰਡਰ ਕਰੋ ਤਾਂ 1 ਮੀਡੀਅਮ ਚੀਜ਼ ਪੀਜ਼ਾ ਬਿਲਕੁਲ ਲਓ ਜੀ ਫ੍ਰੀ। ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹਫਤੇ ਦੇ 7 ਦਿਨ ਖੁੱਲ੍ਹਦੇ ਨੇ। ਕੈਨੇਡੀਅਨ ਸਰੀ ਵੈਜੀ Pizza and Curry House, 604 593 1110। Plan Insurance ਕੋਲੋਂ ਲਓ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ। ਇੱਕ ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ। ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 604 363 2200 ਤੇ ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ। ਇਹ BC, ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ। ਸਹੀ ਇੰਸ਼ੋਰੈਂਸ ਪਲਾਨ
डिजाइन करवाने लई कॉल करो प्लान इंश्योरेंस दे अमरिंदर नड्डा नु 6043632200 604-363-2200 और विजिट planinsurance.ca। सिमरराज मीरा अमर सारे कहंदे चलो हवेली बिस्ट्रो, आज तो हद हो गई। हीरो ने भी कहा शाम नु चलदे आ हवेली बिस्ट्रो। ये हवेली बिस्ट्रो की है जी? हवेली बिस्ट्रो 7488 किंग जॉर्ज बुलेवार्ड ਦੇ ਉੱਪਰ ਬਿਹਤਰੀਨ ਖਾਣੇ ਖਾਣ ਤੇ ਜਸ਼ਨ ਮਨਾਉਣ ਦੀ ਥਾਂ ਹੈ। ਤੁਸੀਂ ਵੀ ਸ਼ਾਮ ਦੋਸਤਾਂ ਮਿੱਤਰਾਂ ਨਾਲ ਮਨਾਉਣਾ ਚਾਹੁੰਦੇ ਹੋ ਜਾਂ ਫਿਰ ਘਰ ਪਰਿਵਾਰ ਦੇ ਨਾਲ ਚੰਗੀ ਤਰ੍ਹਾਂ ਬੈਠ ਕੇ ਵਧੀਆ ਫੈਸਿਲਿਟੀ ਚ ਲਾਜਵਾਬ ਖਾਣੇ ਦਾ ਆਨੰਦ ਮਾਣਨਾ ਹੈ ਤਾਂ ਚਲੋ ਹਵੇਲੀ ਬਿਸਟ੍ਰੋ। ਯੂਨਿਟ ਨੰਬਰ 35074888 ਕਿੰਗ ਜॉर्ज बुलेवार्ड 6045031266 ਹਵੇਲੀ ਬਿਸਟ੍ਰੋ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ-ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ ਡੈਲਟਾ 6045990211 128 ਸਟਰੀਟ ਐਂਡ 96 ਐਵਨਿਊ 6045811900 1539 ਜੌਨਸਨ ਰੋਡ ਵਾਈਟ ਫੈਮਿਲੀ ਕੇਅਰ ਫਾਰਮੇਸੀ। ਮੀਡੀਆ ਵਿਚ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਸਰੀ ਦੇ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ ਦੁਸ਼ਵਾਰੀਆਂ, ਹੈਲਥ ਸਰਵਿਸਿਜ਼ ਦੇ ਕ੍ਰਾਈਸਿਸ ਨੇ, ਜਿਹੜੇ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੇ ਹਾਲਾਤਾਂ ਦੇ ਕਾਰਨਾਂ ਬਾਰੇ ਵੀ ਗੱਲਬਾਤ ਚੱਲ ਰਹੀ ਹੈ। ਔਰ ਨਾਲ ਦੀ ਨਾਲ ਇਹ ਵੀ ਹੈ ਕਿ ਇਸ ਦੇ ਬਾਰੇ ਜਿੰਨੀ ਦੇਰ ਤੱਕ ਸਾਨੂੰ ਨਹੀਂ ਸਮਝ ਪਤਾ ਹੈ ਤਾਂ ਉਸ ਦੀ ਤਾਂ ਸਾਨੂੰ ਪਤਾ ਚੱਲਦਾ ਕਹਿੰਦੇ ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੀ ਹੈ। ਪਰ ਇਹਦੇ ਉੱਤੇ ਹੁਣ ਤੱਕ ਜੇ ਅਸੀਂ ਨਿਗਾਹਖੋਰੀ ਵੀ ਕਰਦੇ ਹਾਂ ਤਾਂ ਆਸ਼ਾ ਨੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਖਿੱਦੋ ਖੁੰਡੀ ਖਿੱਡੀ ਜੀ ਲੱਗਦੀ ਹੈ ਔਰ ਹਜੇ ਤੱਕ ਵੀ ਇਹ ਬੰਦ ਨਹੀਂ ਹੋ ਰਹੀ। ਪਿੱਛੇ ਜੇ ਤੁਹਾਨੂੰ ਯਾਦ ਹੋਣਾ ਜਦੋਂ BC ਯੂਨਾਈਟਿਡ ਨੇ ਆਪਣਾ ਨਵਾਂ ਪਾਰਟੀ ਲੀਡਰ ਕੈਵਨ ਫੈਲਕਨ ਉਹਨਾਂ ਨੂੰ ਚੁਣਿਆ ਤਾਂ ਉਹਨਾਂ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਸਰੀ ਮੈਮੋਰੀਅਲ ਹਸਪਤਾਲ ਤੋਂ ਬਾਅਦ ਸਰੀ ਦਾ ਜਿਹੜਾ ਦੂਜਾ ਹਸਪਤਾਲ ਹੈ ਉਹ ਖੁੱਲ੍ਹਣਾ ਦਾ ਕਹਿੰਦੇ ਜੀ ਮੈਂ ਜਿੱਤਦਾ ਸਾਡੀ ਸਰਕਾਰ ਬਣਦੀ ਹੈ ਕਹਿੰਦੇ ਮੈਂ ਨਹੀਂ ਇਹਨੂੰ ਖੁੱਲ੍ਹਣਾ, ਮੈਂ ਤਾਂ ਇਹਨੂੰ ਬੰਦ ਕਰਕੇ ਨਵੀਂ ਥਾਂ ਤੇ ਨਵਾਂ ਹਸਪਤਾਲ ਖੋਲ੍ਹਾਂਗੇ। ਕਈ ਲੋਕਾਂ ਨੇ ਸਵਾਲ ਮੈਨੂੰ ਪੁੱਛਿਆ ਕਹਿੰਦੇ ਇਹ ਕੀ ਗੱਲ ਆ ਬਣਦੇ ਕੰਮ ਦੇ ਵਿੱਚ ਕਹਿੰਦੇ ਟੰਡੇ 'ਚ ਕਾਨਾ ਪਾਉਣਾ, ਵਾਟ ਇਜ਼ ਦਾ ਰੀਜ਼ਨ ਬਿਹਾਈਂਡ ਇਟ। ਉਹਦੇ ਨਾਲ ਸਵਾਲ ਉੱਠਿਆ ਇੱਕ ਕਿ ਜਿੱਥੇ ਲੋਕਾਂ ਦੀ ਸੁਰੱਖਿਆ ਹੋਵੇ, ਸਿਹਤ ਸੁਰੱਖਿਆ ਹੋਵੇ ਜਾਂ ਜਿਉਣ ਦੀ ਜੀਵਨ ਦੀ ਸੁਰੱਖਿਆ ਦੀ ਗੱਲ ਹੋਵੇ ਜਿਹਨੂੰ ਪਬਲਿਕ ਸੇਫਟੀ ਆਪਾਂ ਕਹਿੰਦੇ ਆ, ਉਸ ਖੇਤਰ ਦੇ ਵਿੱਚ ਕੋਈ ਵੀ ਪਾਰਟੀ ਅਗਰ ਰਾਜਨੀਤੀ ਖੇਡਦੀ ਹੈ ਉਹਨੂੰ ਮੂੰਹ ਦੀ ਖਾਣੀ ਪੈਂਦੀ ਹੈ। ਔਰ ਇਹ ਸਵਾਲ ਜੇ ਉਠਾਇਆ ਜਾਂਦਾ ਕਿ ਕੀ ਹੁਣ ਸਰੀ ਦੇ ਹਸਪਤਾਲ ਦੇ ਉੱਤੇ ਵੀ ਰਾਜਨੀਤੀ ਖੇਲੀ ਜਾਊਗੀ? ਸਰੀ ਦੇ ਵਿੱਚ ਚਾਹੇ ਪਬਲਿਕ ਸੇਫਟੀ ਦੀ ਗੱਲ ਹੈ, ਚਾਹੇ ਗੱਲ ਆਉਂਦੀ ਆ ਸਿਹਤ ਸੇਵਾਵਾਂ ਦੀ, ਤੇ ਉਹਦੇ ਉੱਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਜਾਂ ਥੋੜ੍ਹੇ ਜਿਹੇ ਗਿਣੇ ਚੁਣੇ ਪੋਲੀਟੀਸ਼ੀਅਨ ਨੇ ਉਹ ਆਪਣੀ ਕਹਿੰਦੇ ਰਾਜਨੀਤੀ ਖੇਡਣ ਬਹਿ ਜਾਂਦੇ ਆ। ਸਰੀ ਦੇ ਵਿੱਚ ਹਸਪਤਾਲ ਜੇ ਨਵਾਂ ਜਿਹੜਾ ਦੂਸਰਾ ਕਲੋਵਰਡੇਲ ਦੇ ਵਿੱਚ ਖੁੱਲ੍ਹਣ ਦੀ ਯੋਜਨਾ ਬਣੀ ਹੈ ਜਿਹਦੇ ਛੇਤੀ ਸ਼ੁਰੂ ਹੋਣ ਦੇ ਬਾਰੇ ਸਰਕਾਰ ਦੱਸ ਚੁੱਕੀ ਹੈ, ਤਾਂ ਉਸ ਤੋਂ ਬਾਅਦ ਵੀ ਹਸਪਤਾਲਾਂ ਦੀ ਜ਼ਰੂਰਤ ਹੈ। ਇੱਕ ਨਹੀਂ ਬਲਕਿ 2 ਹਸਪਤਾਲਾਂ ਦੀ ਹੋਰ ਜ਼ਰੂਰਤ ਹੈ। ਅਗਰ ਪਰ ਕੈਪੀਟਾ ਦੇਖਿਆ ਜਾਵੇ, ਜੇ ਚੰਗੀ ਤਰ੍ਹਾਂ ਪੜਚੋਲ ਕੀਤੀ ਜਾਵੇ ਤਾਂ ਵੈਨਕੂਵਰ ਦੇ ਵਿੱਚ ਕਿੰਨੇ ਹਸਪਤਾਲ ਨੇ ਪਰ ਕੈਪੀਟਾ, ਉੱਥੇ ਸਿਹਤ ਸੇਵਾਵਾਂ ਕਿੰਨੀ ਆਸਾਨੀ ਨਾਲ ਮਿਲ ਸਕਦੀਆਂ ਨੇ। ਔਰ ਸਰੀ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਵੈਨਕੂਵਰ ਨਾਲੋਂ ਜ਼ਿਆਦਾ ਬੱਸ ਹੋਣੀਆਂ, ਤਾਂ ਇੱਥੇ ਜਿਹੜੇ ਹਸਪਤਾਲ ਨੇ ਕਿ ਜਦੋਂ ਦੂਜਾ ਹਸਪਤਾਲ ਵੀ ਐਸ ਕ੍ਰਾਈਸਿਸ ਦੇ ਮੋੜ ਤੱਕ ਜਾਏਗਾ ਉਦੋਂ ਫਿਰ ਤੀਜੇ ਹਸਪਤਾਲ ਆ ਜਿਹੜਾ ਉਹਦੇ ਬਾਰੇ ਸੋਚਿਆ ਜਾਂ ਵਿਚਾਰਿਆ ਜਾਏਗਾ। ਇੱਥੇ ਜ਼ਰੂਰੀ ਹੈ ਕਿ ਆਪਣੀ ਜਿਹੜੀ ਪੋਲੀਟਿਕਸ ਹੈ ਲੋਕਾਂ ਦੀਆਂ ਲੋੜਾਂ, ਦੁਸ਼ਵਾਰੀਆਂ, ਮਜਬੂਰੀਆਂ ਦੇ ਕੈਸ਼ ਕਰਨ ਦੀ ਬਜਾਏ ਅਗਾਂਹ ਸੋਚਿਆ ਜਾਵੇ ਕਿ ਦੈਟਸ ਫਾਈਨ। ਸਰੀ ਨੂੰ ਤਾਂ ਹੋਰ ਹਸਪਤਾਲਾਂ ਦੀ ਜ਼ਰੂਰਤ ਹੈ। ਜਿਸ ਪ੍ਰਕਾਰ ਬੱਸੋਂ ਵੱਧ ਰਹੀ ਹੈ, ਵਡੇਰੀ ਉਮਰ ਦੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਉਹਦੇ ਨਾਲ ਨਾਲ ਨੌਜਵਾਨ ਤਬਕਾ ਨਵੇਂ ਪਰਿਵਾਰ ਸ਼ੁਰੂ ਕਰ ਰਿਹਾ, ਤਾਂ ਸਾਨੂੰ ਇੱਥੇ ਜ਼ਰੂਰਤ ਹੈ। ਤਾਂ ਕਿਉਂ ਨਾ ਅਸੀਂ ਇਹਦੇ ਨਾਲ ਸਿਰਫ ਇੱਥੇ ਨਹੀਂ ਰੁਕਾਂਗੇ ਬਲਕਿ ਉਸ ਤੋਂ ਅਗਾਂਹ ਜਿਹੜੀ ਪਲਾਨ ਆ, ਉਸ ਤੋਂ 5 ਜਾਂ 10 ਸਾਲਾਂ ਦੀ ਪਲਾਨ ਆ, ਉਹਦੇ ਵਿੱਚ ਕਿਵੇਂ 1 ਜਾਂ 2 ਹਸਪਤਾਲ ਨੇ ਜਿਹੜਾ ਧਾਰਾਵਾਹਿਕ ਤਰੀਕੇ ਦੇ ਨਾਲ ਬਣਦੇ ਰਹਿਣਗੇ, ਉਹਨਾਂ ਲਈ ਅਸੀਂ ਲਾਮਬੰਦ ਹੋਵਾਂਗੇ। ਵਾਈ ਨਾਟ? ਕਿ ਰਾਜਨੀਤੀ ਖੇਡਣ ਲਈ, ਆਪਣੀ ਰਾਜਨੀਤਿਕ ਕਹਿ ਸਕਦੇ ਹਾਂ ਪ੍ਰਸ਼ੰਸਾ ਵਧਾਉਣ ਦੇ ਲਈ ਇਹ ਕੰਮ ਹੋ ਗਿਆ ਸਰੀ ਦੇ ਵਿੱਚ। ਜੇ ਇੱਕ ਨੇ ਇੱਕ ਕੰਮ ਕਰਤਾ ਦੂਜੇ ਨੇ ਆ ਕੇ ਚੱਕਤਾ।
आखिर धरी इट नहीं रहन देनी। ये चाहे प्रोविंशियल लेवल पे ले लो, चाहे ये म्युनिसिपल लेवल पे ले लो, एक काम जो हो चुका है उसको रिवर्स करने की बोलना बाबा समरा दिन कमाउंदी नहीं जाए। हाँ जी, पॉलिटिशियंस की आदत ही बन गई है कि एक काम हो गया, अगर लोगों ने मांग करके वो काम करा ली तो जो दूसरे आते हैं तो वो आकर उसको रिवर्स करने की एक आदत सी बना ली है। और वैसे भी अगर हम देखा जाए कि बीसी यूनाइटेड जो बीसी लिबरल्स है, उनकी जो बातें हैं, उनकी जो पॉलिसीज़ है, सबसे पहले तो उनका जो लीडर है उन्होंने हमारे अस्पताल ना बनने दिया सरी में, उसकी वजह से गुस्सा कई लोगों को है ही है ऑलरेडी। और अगर बीसी एनडीपी वालों ने ये फैसला किया है कि सरी को एक 168 बेड्स का एक अस्पताल दिया जाए तो फिर उसमें प्रॉब्लम क्या है? क्या हमारे शहर के सरी के लोगों को एक 168 बेड्स का हॉस्पिटल नहीं मिलना चाहिए अकॉर्डिंग टू व्हाट केविन फैल्कन इज सेइंग? और इसके साथ साथ दीदी, बीसीएनडीपी वालों ने कब कहा कि ये एक आखिरी हॉस्पिटल होगा सरी के लिए? हो सकता है दे हैव सम अदर फ्यूचर प्लान्स फॉर अनदर हॉस्पिटल और समथिंग डिफरेंट और समथिंग कमिंग अप, वी डोंट नो, इट्स नॉट बीन अनाउंस्ड येट, बट इफ वी आर गेटिंग आवर 168 बेड हॉस्पिटल इन सरी, आई थिंक वी शुड बी वेरी हैप्पी। और अगर बीसी यूनाइटेड का लीडर ये कहता है कि अगर मैं जीत गया तो मैं इसको बंद कर दूंगा या उसको रोक दूंगा, तो इसका मतलब ये है कि ये लीडर जो पहले कई साल पहले हमारे हाथों से हॉस्पिटल छीना था वो इसको रोक भी देगा। नाले अच्छा ना एक गल ये भी आती है, अगर तुसी पब्लिक दे लिए देखो, सारे ਨੂੰ ਸਾਨੂੰ ਵੀ ਆਮ ਬੰਦਿਆਂ ਨੂੰ ਵੀ ਪਤਾ ਲੱਗ ਗਿਆ ਵੀ ਹਾਂ ਹਸਪੀਟਲ ਬਣਾਉਣ ਦੇ ਲਈ ਜ਼ਮੀਨਾਂ ਲੈਣੀਆਂ, ਫਿਰ ਕਿੰਨਾ ਕੁਛ ਦਾਰੋਮਦਾਰ ਚੱਲਦਾ, ਇੱਕ ਘਰ ਬਣਾਉਣ ਲਈ ਸਾਲ ਡੇਢ ਸਾਲ ਲੋਕੀ ਵੇਟ ਕਰਦੇ ਆ। ਔਰ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਅਗਰ ਤੁਸੀਂ ਪਬਲਿਕ ਦੇ ਲਈ ਸੋਚੋ ਤਾਂ ਇਹ ਦੇਖੋ ਵੀ ਠੀਕ ਹੈ 168 ਬੈਡਰੂਮ ਦਾ ਜਿਹੜਾ ਹਸਪੀਟਲ ਹੈ ਇਹ ਠੀਕ ਆ, ਅਸੀਂ ਇਹਨੂੰ ਹੋਰ ਵਧਾਵਾਂਗੇ ਜੀ, ਕਿਉਂਕਿ ਸਮੇਂ ਤੇ ਸਰੀ ਦੇ ਵਸਨੀਕਾਂ ਦੀ ਜ਼ਰੂਰਤ ਆ, ਅਸੀਂ ਇਹਨੂੰ ਹੋਰ ਵਧਾਵਾਂਗੇ। ਔਰ ਇਹਦੇ ਨਾਲ ਅਸੀਂ ਨਵੇਂ ਇੱਕ ਹੋਰ ਹਸਪਤਾਲ ਦੇ ਲਈ ਵਿਧੀ ਵਿਧਾਨ ਆ ਜਿਹੜਾ ਉਹ ਸ਼ੁਰੂਆਤ ਕਰਾਂਗੇ। That is positive, that is positive। ਇਹ ਨਹੀਂ ਹੈ ਵੀ ਦੇਖੋ ਜੀ ਉਹਨਾਂ ਨੇ ਦਰਵਾਜ਼ਾ ਲਾਇਆ ਸੀ ਤਾਂ ਚਗਾਠ ਪੱਟਣੀਆਂ। ਇਹ ਜਾਂ ਤਾਂ ਸਲਾਹਕਾਰ ਕਚੱਜੇ ਨੇ ਟੂ ਬੀ ਫਰੈਂਕ, ਔਰ ਜਾਂ ਮਤਲਬ ਜਿਹੜੀ ਸੋਚ ਆ ਇਹ ਹੈ ਵੀ ਸਰੀ ਦੇ ਲੋਕਾਂ ਨਾਲ ਜੋ ਮਰਜ਼ੀ ਕਰ ਲਓ, ਜੋ ਮਰਜ਼ੀ ਕਰ ਲਓ। ਇਹ ਬਖਰੇਵਾਂ ਪੈਦਾ ਕਰਦਾ। ਔਰ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਰਾਜਨੀਤਿਕ ਜਿਹੜੇ ਨੇਤਾ ਨੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਰੀ ਦੇ ਵਿੱਚ ਮਿਹਨਤਕਸ਼ ਲੋਕ ਨੇ ਜੀ, ਬਿਲਕੁਲ ਮੰਨਦੇ ਆ, ਭਾਵਕ ਆ, ਮਿਹਨਤਕਸ਼ ਆ, ਪਰ ਭਾਵਨਾਵਾਂ ਦਾ ਅਗਰ ਤੁਸੀਂ ਨਜਾਇਜ਼ ਫਾयदा उठाओ ना आशा ना, बड़ियां महंगियां पैंदियां। वैसे इनफ हो गया कि सरी के लोगों को इग्नोर किया जाए, सरी के लोगों को ये कहा जाए कि चलो कोई ना, मिल गया तो ठीक है, नहीं मिला तो ना सही। No, we don't want these kind of things anymore. We want things to be done in Surrey. Surrey हमारे मुल्क के एक बहुत बड़ा सिटी है और इस मुल्क के सिटी को कई टूरिस्ट यहाँ पे विज़िट करने आते हैं। लॉट ऑफ पीपल कम टू विज़िट अस इन सरी। और सरी में सिर्फ हमारे एवरी डे रहने वाले पॉपुलेशन नहीं है, वी हैव अ लॉट ऑफ विजिटर्स, वी हैव लॉट ऑफ स्टूडेंट्स हु कम आउट टू सरी, जिनके लिए भी अस्पताल की ज़रूरत है। और हेल्थ क्राइसिस जो इस वक्त हम गुजर रहे हैं सरी के लोगों, वी डोंट वांट दैट टू कंटिन्यू। अगर हम देखते हैं पॉपुलेशन 600,000 है, उस हिसाब से हमें हॉस्पिटल चाहिए, उस हिसाब से हमारे शहर में डॉक्टर्स होना चाहिए, डॉक्टर्स की शॉर्टेज नहीं होनी चाहिए हमारे शहर में। और जिस तरह से हमने बताया कि डॉक्टर्स की शॉर्टेजेस की वजह से हमारे जो इमरजेंसी रूम्स है वो बहुत ज़्यादा क्राउडेड हो जाती है। फॉर एग्ज़ाम्पल, मैं कल परसों ही गल कर रही थी किसी के साथ, वो कहते जी फैमिली डॉक्टर है आशाना, कोई फैमिली डॉक्टर को जानते हो? मैंने कहा फैमिली डॉक्टर सरी में तो मिलना मुमकिन नहीं है, लेकिन हाँ मैंने कहा कि आउट ऑफ सरी अगर आप फैमिली डॉक्टर ढूंढोगे तो शायद मिल जाएगा, क्योंकि आई हैव अ फैमिली डॉक्टर हु इज़ इन बर्नबी। पर उससे भी मैंने फ़ोन करके पूछा, वो कहती मैं और पेशेंट्स नहीं ले सकती हूँ, आई कैन नॉट टेक अ न्यू पेशेंट। और किसी को सरी में फैमिली डॉक्टर ढूंढना बहुत ज़्यादा मुश्किल है, एंड इट्स आई शुड से कि नामुमकिन है। एंड ऑन टॉप ऑफ दैट, अगर आप वॉक इन क्लिनिक जाते हो, जहाँ पर हम जाके बड़े खुश होते थे कि अगर डॉक्टर फैमिली डॉक्टर अपॉइंटमेंट नहीं देते हैं तो हम वॉक इन क्लिनिक जाके अपने जो इलाज है, अपने जो इश्यूज़ है छोटी मोटी, वो हल कर लेंगे।
कम से कम एंटीबायोटिक चाहिए या डॉक्टर की किसी प्रेस्क्रिप्शन की ज़रूरत है या कुछ छोटी मोटी जो काम हो गई है उसको हल करने के लिए। लेकिन अब वो भी मुमकिन नहीं रहा सरी में, क्योंकि मोस्ट ऑफ द वॉक इन क्लिनिक्स या तो अपॉइंटमेंट लेना शुरू कर दिया है या वो बोलते हैं कि वी आर डन फॉर द पेशेंट लिमिट्स फॉर टुडे। सो इस वजह से वॉक इन क्लिनिक भी जाना अब नामुमकिन हो गया है सरी में। और अगर ये हालात हो जाते हैं देन द ओनली लास्ट ऑप्शन यू हैव इज इमरजेंसी। कई लोग इमरजेंसी जाने से झिझकाते हैं, वो सोचते हैं कि इमरजेंसी तो फिर इमरजेंसी है ना, मैं तो ज़िंदगी और मौत के खेल में नहीं हूँ। तो वो सोचते हैं कि अगर हम वहाँ चले गए, हम जो डॉक्टर्स हैं वो हमें देखने के लिए जो टाइम वेस्ट करेंगे उससे बेहतर है वो कोई इमरजेंसी वाले पेशेंट को देख ले। अ लॉट ऑफ पीपल think that way। तो ये सारी जो बातें हो रही है, this is what we are going through in Surrey, और हम नहीं चाहते कि हमारे शहर के लोगों को इस तरह से गुजरना पड़े हेल्थ इश्यूज के लिए। हम लोग वो है, याद रखो कैनेडियंस वो है जो दूसरे मुल्कों के हेल्थ केयर के बारे में लड़ाई करते हैं, और आज हमारे ही मुल्क में, हमारे ही शहर में ये क्राइसिस चल रही है। आई होप हमारे जो प्राइम मिनिस्टर है जस्टिन ट्रूडो भी इस तरफ ध्यान दे कि हमारे मुल्क में, हमारे शहर में हो क्या रहा है, क्योंकि एमपी से किसी से मुझे ये उम्मीद नहीं है कि वो जाकर उनको बताएंगे, बट आई गैस वी हैव टू ब्रिंग दिस आउट कि लोगों को पता चले कि सरी के शहर में हेल्थ क्राइसिस इतना ज़्यादा है। अच्छा ना, चंगा हो ਗਿਆ ਤੁਸੀਂ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਦੀ। ਹਾਂਜੀ, ਯਾਦ ਰਹੇ ਕਿ ਅਗਰ ਸਰੀ ਨੂੰ ਤੁਸੀਂ ਤਵੱਜੋ ਦਿਓ ਨਾ, ਹਾਂਜੀ, ਤਾਂ ਸਰੀ ਦਾ ਮੂੰਹ ਮਹਾਂਦਰਾ ਜਿਹੜਾ ਹੈ ਕੈਨੇਡਾ ਦੇ ਭਵਿੱਖ ਦੀ ਤਰਜਮਾਨੀ ਕਰਦਾ ਹੈ। ਹਾਂਜੀ, ਜਿੱਥੇ ਬਹੁਤ ਨਜ਼ਲੀ ਸਮਾਜ ਹੈ ਜਿਹੜਾ ਉਹ ਰਲ ਮਿਲ ਕੇ ਬੜੀ ਤੇਜ਼ੀ ਨਾਲ ਵਸੋਂ ਦੇ ਵਾਧੇ ਦੇ ਅੰਤਰਗਤ ਵਿਚਰ ਰਿਹਾ ਹੈ। ਅਗਰ ਫੈਡਰਲ ਸਰਕਾਰ ਕੈਨੇਡਾ ਦੇ ਵਿੱਚ ਦਰਪੇਸ਼ ਆਉਣ ਵਾਲੀਆਂ ਮਸਲੇ ਨੇ ਜਿਹੜੇ ਉਹਨਾਂ ਨੂੰ ਛੋਟੇ ਕਰਕੇ ਦੇਖਣਾ ਚਾਹੁੰਦੀ ਹੈ ਨਾ, ਤਾਂ ਸਰੀ ਪਰਫੈਕਟ ਐਗਜ਼ਾਮਪਲ ਹੈ। ਔਰ ਇਹਦੇ ਲਈ ਹਰ ਲੈਵਲ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਸਰੀ ਦੇ ਵਿੱਚ ਦਰਪੇਸ਼ ਆਉਣ ਵਾਲੀਆਂ ਜਿਹੜੇ ਮਸਲੇ ਨੇ ਉਹਨਾਂ ਨੂੰ ਉਦਾਹਰਨ ਦੇ ਤੌਰ ਤੇ ਨਹੀਂ ਵਰਤਣਾ ਚਾਹੀਦਾ, ਬਲਕਿ ਇਹਦੇ ਸੋਲਵ ਕਰਨ ਦੇ ਵਿੱਚ ਵੀ ਯਕਦਮ ਸੋਲਿਊਸ਼ਨ ਯਕੀਨੀ ਬਣਾਉਣੇ ਜ਼ਰੂਰੀ ਨੇ। ਔਰ ਬਸੋਂ ਜਿਹੜੀ ਹੈ ਮੈਂ ਮੰਨਦੀ ਹਾਂ ਬਾਰਡਰ ਜਿੱਥੇ ਮਰਜ਼ੀ ਹੋਣ, 에ਅਰਪੋਰਟ ਜਿਹੜਾ ਮਰਜ਼ੀ ਹੋਵੇ, ਜਦੋਂ ਉਹਨਾਂ ਨੇ ਆ ਕੇ ਰਹਿਣਾ ਸਰੀ ਦੇ ਵਿੱਚ ਹੈ ਹਰ ਇੱਕ ਸੂਬੇ ਦੇ ਵਿੱਚੋਂ, ਤਾਂ ਈਸਟ ਤੇ ਵੈਸਟ ਕੋਸਟ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਨਵੇਂ ਇਮੀਗ੍ਰੈਂਟਸ ਦਾ ਵਸੇਬਾ। ਔਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਸਿਰਫ ਔਰ ਸਿਰਫ ਇਮੀਗ੍ਰੈਂਟਸ ਨੂੰ ਬੁਲਾਉਣਾ ਹੀ ਨਹੀਂ, ਬਲਕਿ ਜਿੱਥੇ ਉਹਨਾਂ ਨੇ ਵਸੇਬਾ ਕਰਨਾ ਉੱਥੇ ਕਾਮਯਾਬ, ਬਿਹਤਰ ਤੇ ਸਾਰਿਆਂ ਦੀਆਂ ਲਈ ਢੁਕਵੀਆਂ ਸੇਵਾਵਾਂ ਨਾ ਪ੍ਰਦਾਨ ਕੀਤੀਆਂ ਜਾਣ, ਦੈਨ ਤਾਂ ਸਰਕਾਰਾਂ फेल हो जाती ने, मुल्क फेल हो जाते हैं। बिल्कुल। वैसे दीदी हमारे शहर जो है सरी, हम इस मुल्क के बेस्ट सिटी कहलाना चाहते हैं। हम चाहते हैं कि शहर को रिकॉग्नाइज किया जाए कि इस मुल्क के बेस्ट सिटी है, चाहे वो ट्रांसपोर्टेशन की तरफ हो, चाहे वो हेल्थ केयर की तरफ हो। वी वांट दिस टू बी द बेस्ट सिटी, और सरी को बेस्ट बनाने के लिए हम सरी के लोगों को आवाज़ उठाने की बड़ी ज़रूरत है, चाहे वो हेल्थ केयर क्राइसिस है, चाहे वो ट्रांसपोर्टेशन के लिए है, चाहे वो पब्लिक सेफ्टी के लिए है। सो दीज आर द थिंग्स दैट वी हैव टू टेक केयर ऑफ, और इसके लिए वी हैव टू स्पीक, वी हैव टू टेल, वी हैव टू। वो कहते हैं ना कि जब घर पे खाना नहीं मिलता है तो आपको अपनी माँ से बार बार बताना पड़ता है रोटी बना दो, रोटी बना दो, रोटी बना दो, और तब भी नहीं मिलता है तो फिर आप रेस्टोरेंट के दरवाजे खटखटाते हो। सो मांगना आपका फ़र्ज़ है। अगर आप इस शहर में रहते हो, यू हैव टू आस्क फॉर इट। मैं नहीं सोचती हूँ हमारे कोई भी पॉलिटिशियंस ऐसे होंगे जो जाकर हमारे दुखों को बगैर हम लोग रोला पाए, हमारे दुखों को ले जाकर हमारे पार्लियामेंट या लेजिस्लेचर में प्रेजेंट करेंगे। तो इसलिए इट्स टाइम दैट वी ऑल हैव टू स्पीक अप। अगर सरी में डॉक्टर्स की शॉर्टेज है उसे एक्सेप्ट करो कि हाँ दिस इज़ व्हाट इट इज़ एंड वी हैव टू गेट अ सोल्यूशन टू इट। ये नहीं कि किसी काम का सोल्यूशन नहीं है, हर बात का सोल्यूशन है। अगर हमारे शहर में डॉक्टर्स की शॉर्टेज है, उसको, उस कमी को किस तरह से दूर किया जाएगा। जो लोग फ्रेजर हेल्थ बोर्ड में बैठे हुए हैं, बोर्ड का चेयर लेकर बैठे हुए हैं, क्या उनको नहीं इस बात को एहसास है कि सरी में क्राइसिस चल रही हेल्थ केयर की, और उनको क्या करना चाहिए। कई लोगों ने मुझसे बात की, कई कहते हैं कि वो बोर्ड में कौन है जो सरी में रहता है, बोर्ड मेंबर्स कौन है जो सरी में रहता है, कौन है जिसके पास फैमिली डॉक्टर नहीं है, कौन है जिनको सेवावा नहीं मिलते।
सो दीज आर द थिंग्स व्हेन वी हियर इट डज हर्ट. हमारे अगर सरी का बोर्ड है तो सरी के हेल्थ केयर क्राइसिस है तो फ्रेज़ा हेल्थ को ये कंसिडर भी करना चाहिए, एक बोर्ड सरी का ज़रूर होना चाहिए, सो दैट कोई भी सरी के आम बंदा जो आम कम्युनिटी का बंदा होवे, जिनको ये महसूस होवे कि हाँ सरी के हेल्थ केयर कहाँ पर होना चाहिए, जो इस वक्त हमें सरी के फ्रेज़ा हेल्थ बोर्ड में कोई नहीं नज़र आ रहा है. या तो वैंकूवर से लोग हैं या एबट्सफोर्ड से लोग हैं, लेकिन हमारे सरी के बोर्ड ऑफ डायरेक्टर्स कोई नहीं है जो हमारे सरी के मसलों को हल कर सके. वैसे भी अगर हम देखते हैं तो और भी बहुत हेल्थ क्राइसिस है सरी में. एड्रिन डेक्स जो हमारे हेल्थ मिनिस्टर है उसको देखना पड़ेगा कि बोर्ड में कौन कौन है, क्या हो रहा है क्या नहीं हो रहा है. अक्सर आप लोगों को पता है हाउसिंग इश्यूज जो हुए थे जी, आपको पता है SRO का किस तरह से इन्वेस्टिगेशन हुई तब पता चला. इस तरह से CEOs से लेकर बोर्ड ऑफ डायरेक्टर्स जो है फ्रेज़ा हेल्थ के, उन पे भी पता करना चाहिए, उनको ढीला नहीं छोड़ना चाहिए, उनको पता करना चाहिए कि ये लोग हैं कौन और ये लोग हमारे हेल्थ क्राइसिस के बारे में कितना इनको फिक्र है. दिस इज़ समथिंग दैट वी ऑल शुड वॉइस आउट कि जो बोर्ड मेंबर्स हैं वो क्या कर रहे हैं, वो हमारे लिए काम कर रहे हैं या उनको सिर्फ अपने पैसे से ही दैट्स ऑल दे केयर अबाउट, कि उनको जो चेक है उनको मिल जाना चाहिए, उनका जो चेयर है वो सलामत रहना चाहिए, दैट्स ऑल दे केयर अबाउट. लेकिन जहाँ पर हेल्थ क्राइसिस है दे डोंट रियली केयर अबाउट दैट. और ऐसे कई कंप्लेंट्स भी मेरे पास आए हैं जिसके बारे में हम आगे चल के विद कंप्लेंट्स अपने जो मीडिया वेव्स का यूट्यूब चैनल्स है उन पे ज़रूर पोस्ट करेंगे, बिकॉज देयर आर लॉट ऑफ थिंग्स दैट फ्रेज़ा हेल्थ के जो बोर्ड मेंबर्स है उसके बारे में मुझे इंफॉर्मेशन पहुंचाया गया कि ये फलाना बोर्ड मेंबर है, ये फलाना बोर्ड मेंबर वैंकूवर में रहते हैं, ये फलाना बोर्ड मेंबर जब खुद अपने काम की फैसिलिटी नहीं हैंडल कर सकते हैं तो ये फ्रेज़ा हेल्थ के बोर्ड कैसे हैंडल कर सकेगा. सो दीज आर द थिंग्स दैट आर गोना कम आउट. मीडिया वेव्स के जो हमारे यूट्यूब चैनल्स है उन पर हम इन शोज़ को ज़रूर पोस्ट करने की कोशिश करेंगे विद इन द नेक्स्ट फ्यू डेज. ਨਾਲੇ ਆਸ਼ਾ ਨਾ ਇੱਕ ਗੱਲ ਹੋਰ ਵੀ ਹੈ, ਤੁਸੀਂ ਇਹਦਾ ਜ਼ਿਕਰ ਹੋਇਆ ਸੀ ਕਿ ਵੈਸੇ ਜੇ ਦੇਖਿਆ ਜਾਏ ਸੂਬਾ ਸਰਕਾਰ ਦਾ ਜਦੋਂ ਬਜਟ ਦੇਖਦੇ ਆ ਨਾ ਉਹਦੇ ਵਿੱਚ ਅੱਧ ਤੋਂ ਜ਼ਿਆਦਾ ਬਜਟ ਸਿਹਤ ਸੇਵਾਵਾਂ 'ਚ ਜਾਂਦਾ ਹੈ. ਮੈਂ ਬੜੇ ਲੰਬੇ ਸਮੇਂ ਤੋਂ ਸਵਾਲ ਪੁੱਛਦੀ ਆ ਰਹੀ ਜਦੋਂ ਮੈਨੂੰ ਮੌਕਾ ਮਿਲਦਾ ਹੈ ਕਿ ਫੰਡਿੰਗ ਦੀ ਮੰਗ ਕੀਤੀ ਜਾਂਦੀ ਆ, ਫੰਡਿੰਗ ਹੈ ਨਹੀਂ, ਤੇ ਨਾਲ ਸਵਾਲ ਇਹ ਵੀ ਉੱਠਦਾ ਕਿ ਉਹਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ. ਸੁਚੱਜਾ ਜਿਹੜਾ ਵਿਅਕਤੀ ਆ ਸਹੀ ਤਰੀਕੇ ਦੇ ਨਾਲ ਅਗਰ ਤੁਸੀਂ ਉਸ ਧਨ ਦੀ ਰਾਸ਼ੀ ਦੀ ਵਰਤੋਂ ਕਰੋ ਤਾਂ ਉਹਦੇ ਵਿੱਚ ਬਹੁਤ ਕੁਝ ਤੁਸੀਂ ਸੌਰ ਕਰ ਸਕਦੇ ਹੋ. ਔਰ ਕੁਝ ਹੈ ਕਿ ਉਹ ਕਚੱਜਪਣਾ ਹੋ ਜਾਂਦਾ ਤੇ ਉਹਦੇ ਵਿੱਚ ਧਨ ਰਾਸ਼ੀ ਵੀ ਜ਼ਿਆਦਾ ਲੱਗਦੀ ਹੈ ਪਰ ਸਰਵਿਸਿਜ਼ ਵੀ ਨਹੀਂ ਮਿਲਦੀਆਂ. ਇਹ ਵੀ ਦੇਖਣਾ ਕਿ ਜਿਹੜੀ ਫਰੇਜ਼ਰ ਹੈਲਥ ਹੈ ਧਨ ਰਾਸ਼ੀ ਘੱਟ ਮਿਲਣ ਦੇ ਨਾਲ ਨਾਲ ਜੋ ਮਿਲਦਾ ਉਹਦੀ ਵਰਤੋਂ ਵੀ ਸਹੀ ਹੁੰਦੀ ਹੈ ਜੀ, ਸੁਚਾਰੂ ਢੰਗ ਦੇ ਨਾਲ ਵਰਤੋਂ ਹੁੰਦੀ ਹੈ ਜਾਂ ਨਹੀਂ ਹੁੰਦੀ. ਕਿਉਂਕਿ ਸੂਬਾ ਸਰਕਾਰ ਕਹਿੰਦੇ ਵੀ ਠੀਕ ਆ ਫੰਡਿੰਗ ਦੀ ਹੋਰ ਲੋੜ ਹੈ, ਫੈਡਰਲ ਸਰਕਾਰ ਨੇ ਪੈਸੇ ਦੇ ਦਿੱਤੇ, ਪਰ ਉਹਦੇ ਬਾਅਦ ਦੇ ਵਿੱਚ ਜਿਹੜੇ ਸੈਕਟਰਸ ਥੱਲੇ ਆਉਂਦੇ ਆ 5 ਰੀਜਨ ਨੇ ਜਿਹੜੇ ਆਪਣੇ BC ਦੇ ਵਿੱਚ, ਉਹਨਾਂ ਦੀ ਸਰਵਿਸਿਜ਼ ਕਿਵੇਂ ਪ੍ਰਦਾਨ ਕੀਤੀਆਂ, ਐਲੋਕੇਟ ਮਨੀ ਹੈ ਜਿਹੜੀ ਉਹ ਕਿਵੇਂ ਹੁੰਦੀ ਆ, ਔਰ ਕੀ ਉਹ ਆਪਣਾ ਕੰਮ ਕਰਨ ਦੇ ਵਿੱਚ ਸਮਰੱਥ ਵੀ ਹਨ ਜਾਂ ਕਿ ਅਸਮਰੱਥ ਨੇ. ਬਿਲਕੁਲ. ਡਾਕਟਰ ਜੀ ਹੈ ਨਹੀਂ ਜੀ, ਨਰਸਿਸ ਹੈ ਨਹੀਂ. ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਸਾਰਿਆਂ ਦੀ ਮਤਲਬ ਪੂਰੀ ਤਰ੍ਹਾਂ ਬਹਾਲੀ ਹੈ ਤਾਂ ਸਰਕਾਰੀ ਜਿਹੜਾ ਸਾਡਾ ਹੈਲਥ ਕੇਅਰ ਸਿਸਟਮ ਜਿਹੜਾ ਕੈਨੇਡਾ ਦੀ ਸ਼ਾਨ ਹੈ ਉੱਥੇ ਕਤਾਹੀ ਕਿਵੇਂ ਹੋ ਰਹੀ ਹੈ. Yes, and we'll be right back after a quick commercial break. Stay with us. ਮੀਟ ਦੀ ਵੈਰਾਈਟੀ ਹੋ ਸਕਦੀ ਹੈ ਪਰ ਇੱਕ ਹੀ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ. ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ. ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨ ਤੇ ਜਾਓ. ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਚਾਹੋ 18 ਲੋਕੇਸ਼ਨ ਦੇ ਵਿੱਚ ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ. ਕੱਚਾ ਮੀਟ ਸ਼ਾਪ. ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ.
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੰਸਟਰਕਸ਼ਨ ਪ੍ਰਾਈਵੇਟ ਮਾਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮਾਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345 unit number 204-2589 Cedar Park Place Abbotsford Anchor Mortgage Canada ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ ਉਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ ਗ੍ਰੇਟ ਬਲਾਈਂਡ ਤੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th Avenue 6045037007 ਤੇ ਕਰੋ ਕਾਲ ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ ਘਰ ਜਿੱਥੇ ਮਰਜ਼ੀ ਲੋ ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ ਓਹੋ ਰਾਤ ਦੇ 2 ਵੱਜ ਗਏ ਭੁੱਖ ਨਾਲ ਢਿੱਡ 'ਚ ਚੂਹੇ ਦੌੜਦੇ ਨੇ ਚੱਲ ਇਹਨਾਂ ਨੂੰ ਵੀ ਖੜਾ ਪੜਾ ਦਿੰਨੇ ਆ ਪਾਇਲ ਬਿਜ਼ਨਸ ਸੈਂਟਰ 'ਚ ਪਾਇਲ ਚਾਟ ਹਾਊਸ 24 ਆਵਰ ਖੁੱਲਦੇ ਨੇ ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਰ ਤਰ੍ਹਾਂ ਦੇ ਪਰੌਂਠਿਆਂ ਦਾ ਬਣੋ ਆਨੰਦ ਬਾਕੀ 24 ਘੰਟੇ ਹਰ ਤਰ੍ਹਾਂ ਦੇ ਤੰਦੂਰੀ ਵੈਜ ਨਾਨ ਵੈਜ ਖਾਣੇ ਆਰਡਰ ਕਰੋ ਜਾਂ ਫਿਰ ਬੈਠ ਕੇ ਖਾਓ 6045961990 ਪਾਇਲ ਚਾਟ ਹਾਊਸ ਆਉਣ ਲੱਗੇ ਬਿੱਟੂ ਲਈ ਗੋਟ ਮੀਟ ਵੀ ਲੈ ਆਵਾਂਗੇ ਹੋਰ ਤਾਂ ਹੋਰ ਪਾਰਟ ਤੇ 100 ਬੰਦੇ ਤੱਕ ਦੀ ਕੇਟਰਿੰਗ ਘਰ ਜਾ ਕੇ ਤੰਦੂਰ ਲਾ ਕੇ ਕਰਦੇ ਨੇ ਅੱਜ ਹੀ ਕਰੋ ਕੇਟਰਿੰਗ ਬੁੱਕ 6045187444 ਪਾਇਲ ਚਾਟ ਹਾਊਸ ਕੱਕਾ ਖੱਕਾ ਗੱਗਾ ਖੱਕਾ ਘਰ ਪਾਪਾ ਆਪਾਂ ਘਰ ਕਦੋਂ ਲਵਾਂਗੇ ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ ਉਹ ਪੁੱਤਰਾ ਹੁਣ ਗੱਲ ਬਣ ਗਈ ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ ਵਧੀਆ ਡੀਲ ਲੈ ਕੇ ਦੇਣਗੇ ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ ਅੱਜ ਹੀ ਗੱਲਬਾਤ ਕਰੋ ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 6047168570 ਟੈਕਸ ਭਰਨ ਦੇ ਮਾਮਲੇ 'ਚ ਜੇ ਅਕਾਊਂਟੈਂਟ ਵਧੀਆ ਤੇ ਤਜਰਬੇਕਾਰ ਨਾ ਹੋਵੇ ਫਿਰ ਤਾਂ ਲਾਸ ਚਾਹੇ ਪਰਸਨਲ ਟੈਕਸ ਹੋ ਜਾਂ ਬਿਜ਼ਨਸ ਫਿਰ ਤੁਸੀਂ HJS CPA ਇਨਕਾਰਪੋਰੇਟਡ ਦੇ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਕਮਲਦੀਪ ਕੰਗ ਨਾਲ ਕਰੋ ਗੱਲਬਾਤ ਪਰਸਨਲ ਟੈਕਸ ਰਿਟਰਨ ਕਾਰਪੋਰੇਟ ਟੈਕਸ ਰਿਟਰਨ ਕੰਪਾਈਲ ਤੇ ਬੁੱਕ ਕੀਪਿੰਗ ਦਾ ਤਜਰਬਾ ਰੱਖਦੇ ਨੇ 604 598 0090 ਤੇ ਕਰੋ ਕਾਲ ਆਪਣੇ ਮਿਹਨਤ ਨਾਲ ਕਮਾਏ ਇੱਕ ਪੈਸੇ ਦੀ ਬਚਤ ਲਈ ਕਮਲਦੀਪ ਕੰਗ ਨੂੰ ਮਿਲੋ ਯੂਨਿਟ 104-8077 ਕਿੰਗ ਜਾਰਜ ਬੁਲੇਵਾਰਡ ਸੂਰੀ 6045980090 ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਸਰੀ ਦੇ ਵਿੱਚ ਸਿਹਤ ਸੇਵਾਵਾਂ ਹੈਲਥ ਕ੍ਰਾਈਸਿਸ ਦੇ ਸੰਬੰਧ ਦੇ ਵਿੱਚ ਔਰ ਇਹਦੇ ਵਿੱਚ ਇੱਕ ਕੰਸਰਨ ਹੋਰ ਬਹੁਤ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਸਾਹਮਣੇ ਆ ਰਿਹਾ ਖਾਸ ਤੌਰ ਦੇ ਉੱਤੇ ਸਰੀ ਦੇ ਵਿੱਚ ਜਿਹੜਾ ਲੋਕਾਂ ਵੱਲੋਂ ਬਾਰ-ਬਾਰ ਜ਼ਿਕਰ ਕੀਤਾ ਜਾ ਰਿਹਾ ਉਹ ਹੈ ਕਿ ਬੱਚਿਆਂ ਦੇ ਪੈਦਾਇਸ਼ ਵਾਲੀ ਸੈਕਸ਼ਨ ਦੇ ਵਿੱਚ ਜਿਹੜੀ ਕਮੀ ਨਿਰਸੰਦੇਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਕੇ ਹਟੀ ਹਾਂ ਕਿ ਸਰੀ ਦੇ ਵਿੱਚ ਤਕਰੀਬਨ 6000 ਤੋਂ ਉੱਪਰ ਬੱਚਾ ਜਿਹੜਾ ਹੈ ਹਰ ਸਾਲ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਪੈਦਾ ਹੁੰਦਾ ਹੈ ਔਰ ਦੇਖਣ ਵਾਲੀ ਗੱਲ ਇਹ ਹੈ ਕਿ ਬਰਥਿੰਗ ਯੂਨਿਟ ਜਿਹੜੀ ਹੈ ਉਹ ਉਹਦੇ 'ਚ ਕਪੈਸਿਟੀ ਘੱਟ ਹੈ ਨਿਰਸੰਦੇਹ ਪਿੱਛੇ ਜੇ ਕਪੈਸਿਟੀ ਵਧਾਈ ਗਈ ਖਾਸ ਤੌਰ 'ਤੇ ਸਾਡੇ ਭਾਈਚਾਰੇ ਨੇ ਬੜਾ ਉਪਰਾਲਾ ਕੀਤਾ ਬਰਥਿੰਗ ਯੂਨਿਟ ਹੈ ਜਿਹੜੀ ਉਸ ਦੇ ਨਾਮਕਰਨ ਦੇ ਉੱਤੇ ਪਰ ਨਾਲ ਸਵਾਲ ਇਹ ਵੀ ਪੈਦਾ ਹੋਇਆ ਕਿ ਇਜ਼ ਇਟ ਇਨਫ ਕਿ ਇਸ ਬਰਥਿੰਗ ਯੂਨਿਟ ਹੈ ਜਿਹੜਾ ਖਾਸ ਤੌਰ ਦੇ ਉੱਤੇ ਬੱਚਿਆਂ ਦੀ ਬੱਚਾ ਤੇ ਜੱਚਾ ਦੀ ਦੇਖਭਾਲ ਕਰਨ ਵਾਲਾ ਜਿਹੜਾ ਸੈਕਸ਼ਨ ਆ ਉਹ ਕਾਫੀ ਹੈ ਪਿੱਛੇ ਜੇ ਇਹਦੇ ਵਿੱਚ ਮੰਗ ਵੀ ਵਧੀ ਜਦੋਂ ਖਾਸ ਤੌਰ ਦੇ ਉੱਤੇ ਇੱਕ ਇਨਫੈਂਟ ਜਿਹੜਾ ਬੱਚਾ ਉਸ ਦੀ ਮੌਤ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਨੇ ਸਾਹਮਣੇ ਆਈਆਂ ਬੇਅੰਤ ਔਰਤਾਂ ਨੇ ਇਹ ਦੱਸਿਆ ਕਿ ਕਿਸ ਪ੍ਰਕਾਰ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਬੱਚੇ ਨੂੰ ਜਨਮ ਦਿੰਦੇ ਸਮੇਂ ਦੇਣ ਤੋਂ ਉਪਰੰਤ ਦੀ ਜਿਹੜੀ ਰਿਕਵਰੀ ਆ ਉਹਦੇ 'ਚ ਪ੍ਰਾਈਵੇਸੀ ਨਾਂ ਦੀ ਚਿੜੀ ਤਾਂ ਉੱਡੀ ਗਈ ਹੈ
ਭਲਿਆਂ ਵੇਲਿਆਂ ਦੇ ਵਿੱਚ ਜੱਚਾ ਤੇ ਬੱਚਾ ਨੂੰ ਤਕਰੀਬਨ 4-5 ਦਿਨ ਤੱਕ ਪੂਰੀ ਟੋਟਲ ਪ੍ਰਾਈਵੇਸੀ ਦਿੱਤੀ ਜਾਂਦੀ ਸੀ ਔਰ ਸਿੰਗਲ ਰੂਮ ਆਕੂਪੈਂਸੀ ਹੁੰਦੀ ਸੀ। ਇਹ ਸਾਡੇ ਹੀ ਖੇਤਰ ਦੇ ਵਿੱਚ ਹਸਪਤਾਲ ਦਾ ਨਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਔਰ ਪਿੱਛੇ ਜੇ ਪੀਚਾਰਜ ਹਸਪੀਟਲ ਦੇ ਵਿੱਚ ਜਦੋਂ ਬੱਚਿਆਂ ਦਾ ਜਿਹੜਾ ਸੈਕਸ਼ਨ ਹੈ, ਬੱਚੇ ਦੀ ਪੈਦਾਇਸ਼ ਵਾਲਾ ਜਿਹੜਾ ਸੈਕਸ਼ਨ ਆ, ਉਸ ਤੇ ਸਵਾਲ ਉੱਠੇ ਤਾਂ ਲੋਕਾਂ ਨੇ ਇਸ ਦੇ ਪ੍ਰਤੀ ਆਪਣੀ ਇਸ ਫੈਸਲੇ ਦੇ ਪ੍ਰਤੀ ਆਪਣੀ ਨਾਪਸੰਦਗੀ ਜਿਹੜੀ ਆ ਉਹ ਜ਼ਿਆਦਾ ਤੌਰ ਦੇ ਉੱਤੇ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕੈਨੇਡਾ ਦੇ ਵਿੱਚ ਪਾਪੂਲੇਸ਼ਨ ਘੱਟ ਹੈ, ਸ਼ਨ ਬੱਚੇ ਘੱਟ ਲੋਕੀ ਪੈਦਾ ਕਰਦੇ ਨੇ, ਪਾਪੂਲੇਸ਼ਨ ਘੱਟ ਹੈ, ਇਸ ਕਰਕੇ ਸਾਨੂੰ ਇਮੀਗ੍ਰੈਂਟ ਬੁਲਾਉਣੇ ਪੈਂਦੇ ਹੈ। ਦੂਸਰੇ ਨੌਜਵਾਨ ਤਬਕਾ ਜਿਹੜਾ ਕਿ ਸਰੀ ਗੜ੍ਹ ਹੈ ਉਹਨਾਂ ਦਾ, ਇਹ ਖੇਤਰੀ ਇਲਾਕਾ ਨਵਾਂ ਜਿਹੜਾ ਇਮੀਗ੍ਰੈਂਟ ਆ, ਜਿਹੜਾ ਨਵੇਂ ਆਪਣੇ ਪਰਿਵਾਰ ਸ਼ੁਰੂ ਕਰ ਰਹੇ ਨੇ ਨੌਜਵਾਨਾਂ ਦਾ, ਉਹਨਾਂ ਦਾ ਗੜ੍ਹ ਹੈ। ਉੱਥੇ ਬੱਚਿਆਂ ਦੀ ਪੈਦਾਇਸ਼ ਵਾਲਾ ਜਿਹੜਾ ਬਰਥਿੰਗ ਸੈਕਸ਼ਨ ਹੈ ਉਸ ਦੀ ਇੰਨੀ ਜ਼ਿਆਦਾ ਕਮੀ ਹੋਣੀ ਔਰ ਉੱਥੇ ਸਿਹਤ ਸੇਵਾਵਾਂ ਕੈਨੇਡੀਅਨ ਸਟੈਂਡਰਡ ਦੇ ਮੁਤਾਬਕ ਤਾਂ ਕਿ ਇੱਕ ਆਮ ਸਟੈਂਡਰਡ ਦੇ ਮੁਤਾਬਕ ਵੀ ਉਸ ਤੋਂ ਬਹੁਤ ਜ਼ਿਆਦਾ ਘੱਟ ਹੋਣੀਆਂ ਸਵਾਲ ਖੜੇ ਕਰਦੀ ਹੈ। ਯਾਦ ਰਹੇ, ਅਗਰ ਇਸ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਰਹੀਆਂ ਤਾਂ ਇਹ ਨੌਜਵਾਨ ਤਬਕੇ ਨੂੰ ਮਾਪੇ ਬਣਨ ਦੇ ਲਈ ਗੁਰੇਜ਼ ਪੈਦਾ ਕਰਦੀਆਂ ਨੇ ਕਿ ਹਮੇਸ਼ਾ ਹੀ ਕੈਨੇਡਾ ਜਿਹੜਾ ਬਾਹਰੋਂ ਪਲੇ ਪੜਾਏ ਜਿਹੜੇ ਜਵਾਕ ਆ ਉਹਨਾਂ ਨੂੰ ਲਿਆਉਣ ਦੀ ਪ੍ਰਕਿਰਿਆ ਜਾਰੀ ਰੱਖੇਗਾ। ਕਮਾਊ ਪੁੱਤ ਚਾਹੀਦੇ ਆ ਔਰ ਮਾਂ ਬੱਚੇ ਨੂੰ ਪੈਦਾ ਕਰਨਾ ਜਿਹੜਾ ਉਹ ਬੜਾ ਇਨਕਰੇਜਿੰਗ ਇਨਵਾਇਰਨਮੈਂਟ ਹੋਣਾ ਚਾਹੀਦਾ ਹੈ ਨਾ ਕਿ ਡਿਸਕਰੇਜਿੰਗ। ਔਰ ਅਗਰ ਬੱਚਾ ਤੇ ਜੱਚਾ ਦੀ ਸਾਂਭੋ ਸੰਭਾਲ ਦਾ ਜਿਹੜਾ ਵਾਤਾਵਰਨ ਹੈ ਉਹ ਸਹੀ ਨਹੀਂ ਹੈ ਹਸਪਤਾਲ ਦੇ ਵਿੱਚ, ਤਾਂ ਫਿਰ ਹਸਪਤਾਲ ਕਰਨੇ ਕਾਹਦੇ ਲਈ ਹੈ, ਕੀ ਕਾਹਦੇ ਲਈ। ਔਰ ਦੂਸਰੇ ਇਹਦੇ ਨਾਲ ਮਸਲਾ ਇੱਥੇ ਨਹੀਂ ਖਤਮ ਹੋ ਜਾਂਦਾ ਸਰੀ ਮੈਮੋਰੀਅਲ ਹਸਪੀਟਲ ਦਾ। ਆਈ ਵਾਜ਼ ਸ਼ੌਕਡ ਜਦੋਂ ਸਰੀ ਮੈਮੋਰੀਅਲ ਹਸਪੀਟਲ 96 ਤੇ ਕਿੰਗ ਜਾਰਜ ਦੇ ਉੱਤੇ ਹੈ ਔਰ ਪਿੱਛੇ ਜੇ ਬੱਸ ਦੇ ਵਿੱਚ ਇੱਕ ਬੱਚੇ ਨੂੰ ਮਾਰ ਦਿੱਤਾ ਗਿਆ, ਉਹਨੂੰ ਹਾਰਟ ਦੀ ਪ੍ਰੋਬਲਮ ਹੈ ਜਿਹੜੀ ਉਹਨੂੰ ਰੈਸੀਡੇਟ ਨਹੀਂ ਕਰ ਸਕੇ ਕਿਉਂਕਿ ਉਹਨੂੰ 20 ਮਿੰਟ ਦੀ ਦੂਰੀ ਦੇ ਉੱਤੇ ਰਾਇਲ ਕੋਲੰਬੀਅਨ ਹਸਪੀਟਲ ਲੈ ਕੇ ਜਾਣਾ ਪਿਆ ਕਿਉਂਕਿ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਟਰਾਮਾ ਜਿਹੜਾ ਸੈਕਸ਼ਨ ਹੈ ਦਿਲ ਦੇ ਨਾਲ ਸੰਬੰਧਿਤ ਹੈ ਨਹੀਂ ਜੀ। ਵਾਹ। ਉਹ ਸ਼ਹਿਰ ਜਿਹਦੀ ਵਸੋਂ ਆਸ਼ਿਆਨਾ ਵੈਨਕੂਵਰ ਦੇ ਮੁਕਾਬਲੇ ਹੈ ਔਰ ਉਹਨਾਂ ਦੇ ਪਾਸ ਆਪਣਾ ਟਰਾਮਾ ਸੈਕਸ਼ਨ ਇੱਕ ਹੀ ਵੱਡਾ ਹਸਪਤਾਲ ਆ ਔਰ ਉਹਦੇ ਵਿੱਚ ਹੈ ਨਹੀਂ। ਉਹ ਬੱਚੇ ਦੀ ਕਹਿੰਦੇ ਜਾਨ ਬਚ ਸਕਦੀ ਸੀ ਅਗਰ 3 ਬਲਾਕ ਦੇ ਉੱਤੇ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਉਹਨੂੰ 5 ਮਿੰਟਾਂ ਦੇ ਅੰਦਰ ਸਰਵਿਸਿਜ਼ ਮਿਲਦੀਆਂ। ਔਰ ਉਹ ਗੱਲ ਉਦੋਂ ਹੀ ਉੱਠੀ, ਉਦੋਂ ਹੀ ਦਬ ਗਈ। ਔਰ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਅਵੇਅਰ ਨਹੀਂ, ਸਾਨੂੰ ਬਿਲਕੁਲ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਮੰਗ ਹੈ ਉਹ ਪੇਸ਼ ਕੀਤੀ ਜਾ ਸਕੇ। ਬਿਨਾਂ ਮੰਗਿਆਂ ਤਾਂ ਮਾਂ ਦੁੱਧ ਨਹੀਂ ਦਿੰਦੀ। ਸਰਕਾਰਾਂ ਜਾਂ ਵਿਧੀ ਵਿਧਾਨਤ ਜਾਂ ਫਰੇਜ਼ਰ ਹੈਲਥ ਨੇ ਤਾਂ ਕੀ ਦੇਣਾ। बिल्कुल इन्फॉर्मेशन जो है दीदी, अगेन आई वुड से कि जो इन्फॉर्मेशन है उसे पास अराउंड करना बहुत ज़रूरी है। और ख़ास तौर से जब हम मीडिया होते हैं, मीडिया को अगर कोई इन्फॉर्मेशन मालूम होता है, पता चलता है, इट शुड बी एक्चुअली गिवन आउट टू द पब्लिक। ये ना हो कि मीडिया किसी डर से ये बातें आगे ना करे, कोई वजह है जिसकी वजह से इसको आगे फैलाना नहीं चाहते, बताना नहीं चाहते लोगों को। लेकिन ऐसे रेसिडेंट ऑफ सरी हमें इन इंफॉर्मेशन, इन जानकारियों को जानना बहुत ज़रूरी होता है सो दैट वी आर प्रिपेयर्ड, वी नो व्हाट्स गोना हैपन, वी नो कि होना क्या है, आगे क्या हो सकता है। अगर हम आज भी चुप रहे, क्या हमारे बच्चों के फ्यूचर होगा सरी में। याद रखो, एक तरफ हम सरी को चाहते हैं कि इतना तरक्की करे, इतना तरक्की करे कि हम हर कुछ हासिल करें इस शहर में। दूसरी तरफ जब हमें इंफॉर्मेशन मिलते हैं, हम उन इंफॉर्मेशन को पास अराउंड नहीं करते। कई लोग हमेशा कहते हैं मीडिया तो बिके हुए हैं, मीडिया इज बीन बॉट। लेकिन हमारे स्टेशन में किसी भी तरह के इंफॉर्मेशन बाहर सरी के लोगों तक पहुंचाना हो या सरी के बाहर के लोगों को तक पहुंचाना हो, वी डू गिव दिस इंफॉर्मेशन। क्योंकि याद रखो 106.9 माय एफएम हम इंफॉर्मेशन आप तक पहुंचाने के लिए ही बैठे हैं यहाँ।
सरी में कहीं हादसा हुआ है, सरी में कोई इश्यूज़ है, सरी के किसी एरिया में कोई एक्सीडेंट हुई है या कहीं पर कुछ शूटिंग हुई है, कुछ भी हुआ, सरी के अंदर एक एक जो काम है, एक एक रोड क्लोजर भी हुआ है, वो भी हमारा फ़र्ज़ बनता है आप तक पहुंचाना। एंड दिस इज़ व्हाट वी आर एंटाइटल्ड टू डू एंड वी शुड डू इट। जो मीडिया ये काम नहीं करते, इसका मतलब ये है कि मीडिया लेज़ी है। आई वुड से दैट, क्योंकि हर एक चीज़ जो है वो आप तक पहुंचाने के लिए मीडिया एक माध्यम होता है और उसके थ्रू आप लोगों को इंफॉर्मेशन मिलना चाहिए, ज़रूर मिलना चाहिए। फॉर एग्जाम्पल, कोई लाइट्स काम नहीं कर रहे सरी में, जिसकी वजह से लोगों की परेशानी होगी, वो एज अ मीडिया हमारा काम है, जो लोग हमारी आवाज़ सुन रहे हैं, जो हमारे साथ जुड़े हुए हैं, उन तक पूरी इंफॉर्मेशन पहुंचाना। और यहाँ हम हेल्थ क्राइसिस की बात कर रहे हैं, यहाँ हम एक बच्चे की जान बचाने की बात कर रहे हैं, यहाँ हम हॉस्पिटल में कई पेशेंट्स जो 3-3 दिन कहते हैं एमरजेंसी में पड़े रहते हैं, तब तक उन्हें डॉक्टर नहीं देखते। These things really matters in Surrey and we have to worry about it. खैर दोस्तों, वापस आते हैं कुछ व्यापारिक संदेशों के बाद। ਤੁਸੀਂ ਸੁਣ ਰਹੇ ਹੋ ਮੀਡੀਆ ਵੇਵਸ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਆਪਣੇ ਬਿਜ਼ਨਸ ਨੂੰ ਵਧਾਉਣ ਲਈ, ਐਡਵਰਟਾਈਜ਼ਮੈਂਟ ਕਰਾਉਣ ਲਈ, ਵਧੀਆ ਡੀਲਸ ਲਈ ਸਾਡੇ ਨਾਲ ਸੰਪਰਕ ਕਰੋ 604 449 4444 604 449 3333। ਸੁਣਦੇ ਰਹੋ ਮੀਡੀਆ ਵੇਵਸ। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ, ਪ੍ਰਾਈਵੇਟ ਮੌਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮੌਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ। ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345। Unit number 204-2589 Cedar Park Place, Abbotsford. Anchor Mortgage Canada. ਪਟਿਆਲਾ ਪੈਗ ਦੇ ਨਾਲ ਬਾਸਾ ਮੱਛੀ ਦਾ ਵੀ ਆਰਡਰ ਲਾਈ ਰੱਖੀਦਾ ਸ਼ਾਹੀ ਕੇਟਰਿੰਗ ਦੇ ਉੱਤੇ। ਕੁਲਵਿੰਦਰ ਸਿੰਘ ਪੁੰਨੀ 604-671-1400 ਟੇਕ ਆਊਟ ਸਪੈਸ਼ਲ ਵੈਜ ਨਾਨ ਵੈਜੀਟੇਰੀਅਨ ਛੋਲੇ ਭਟੂਰਿਆਂ ਦੇ ਨਾਲ ਟੇਕ ਆਊਟ ਲਈ ਹੁਣੇ ਕਰੋ ਜੀ ਆਰਡਰ। ਕੋਵਿਡ ਸਮੇਂ ਦੇ ਵਿੱਚ ਇੰਡੀਵਿਜੂਅਲ ਖਾਣੇ ਦੀ ਪੂਰੀ ਪੈਕਡ ਪਲੇਟਸ ਵੀ ਲੈ ਸਕਦੇ ਹੋ। ਤਾਜ਼ਾ ਮਠਿਆਈਆਂ ਤੇ ਸਵਾਦੂ ਖਾਣਿਆਂ ਲਈ ਕੁਲਵਿੰਦਰ ਸਿੰਘ ਪੁੰਨੀ 128 1585 ਐਵਨਿਊ 604-671-1400 ਸ਼ਾਹੀ ਕੇਟਰਿੰਗ ਐਂਡ ਸਵੀਟਸ ਐਂਡ ਰੈਸਟੋਰੈਂਟ। ਟੈਕਸ ਭਰਨ ਦੇ ਮਾਮਲੇ 'ਚ ਜੇ ਅਕਾਊਂਟੈਂਟ ਵਧੀਆ ਤੇ ਤਜਰਬੇਕਾਰ ਨਾ ਹੋਵੇ, ਫਿਰ ਤਾਂ ਲਾਸ ਚਾਹੇ ਪਰਸਨਲ ਟੈਕਸ ਹੋ ਜਾਂ ਬਿਜ਼ਨਸ। ਫਿਰ ਤੁਸੀਂ SJS CPA ਇਨਕਾਰਪੋਰੇਟਡ ਦੇ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਕਵਲਦੀਪ ਕੰਗ ਨਾਲ ਕਰੋ ਗੱਲਬਾਤ। ਪਰਸਨਲ ਟੈਕਸ ਰਿਟਰਨ, ਕਾਰਪੋਰੇਟ ਟੈਕਸ ਰਿਟਰਨ, ਕੰਪਾਈਲ ਤੇ ਬੁੱਕ ਕੀਪਿੰਗ ਦਾ ਤਜਰਬਾ ਰੱਖਦੇ ਨੇ। 604-598 0090 ਤੇ ਕਰੋ ਕਾਲ। ਆਪਣੇ ਮਿਹਨਤ ਨਾਲ ਕਮਾਏ ਇੱਕ ਪੈਸੇ ਦੇ ਬਚਤ ਲਈ ਕਵਲਦੀਪ ਕੰਗ ਨੂੰ ਮਿਲੋ। ਯੂਨਿਟ 104-8077 ਕਿੰਗ ਜਾਰਜ ਬੁਲੇਵਾਰਡ, Surrey 604-598-0090। ਮੀਡੀਆ ਵੇਵਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ ਜਿਹੜੇ ਕ੍ਰਾਈਸਿਸ ਨੇ ਸਰੀ ਵਿਖੇ ਉਹਨਾਂ ਦੇ ਮੁਤਲਕ ਗੱਲਬਾਤ ਚੱਲ ਰਹੀ ਹੈ। ਹਸਪਤਾਲ ਜਾਂ ਫਿਰ ਜਿਹੜੀਆਂ ਆਪਣੀਆਂ ਵਾਕ ਇਨ ਕਲੀਨਿਕਸ, ਡਾਕਟਰਸ ਦੀ ਕਮੀ, ਨਰਸਿਸ ਦੀ ਕਮੀ ਹੈ ਜਿਹੜੀ, ਉਸ ਦੇ ਮੁਤਲਕ ਸਭ ਤੋਂ ਵੱਡੀ ਗੱਲ ਕਿ ਫਰੇਜ਼ਰ ਹੈਲਥ ਹੈ ਜਿਹੜਾ ਉਹ ਇਸ ਦੇ ਨਾਲ ਡੀਲ ਕਿਵੇਂ ਕਰ ਰਿਹਾ। ਵੈਸੇ ਅਸੀਂ ਕਿਸੇ ਵੀ ਵਿਅਕਤੀ ਨੂੰ ਜਦੋਂ ਕਿਸੇ ਵੀ ਜ਼ਿੰਮੇਵਾਰੀ ਦੇ ਲਈ ਹਾਇਰ ਕਰਦੇ ਹਾਂ ਤਾਂ ਇਹ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਨੂੰ ਹਰ ਪੱਖ ਤੋਂ ਉਸ ਦਾ ਸੁਲਝਾਅ ਅਤੇ ਸਮਾਧਾਨ ਲੱਭਿਆ ਜਾਵੇ। ਕਈ ਦਫਾ ਲੰਮੇ ਸਮੇਂ ਤੱਕ ਚੱਲ ਰਹੇ ਜਿਹੜੇ ਮਸਲੇ ਨੇ ਉਹ ਇਸ ਤਰ੍ਹਾਂ ਮਹਿਸੂਸ ਕਰਾਉਂਦੇ ਆ ਆਮ ਪਬਲਿਕ ਨੂੰ ਕਿ ਜਿਹੜੇ ਲੋਕਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਦੇ ਵਿੱਚ ਕਾਬਲੀਅਤ ਵੀ ਹੈ ਇਸ ਮਸਲੇ ਦਾ ਸੁਲਝਾਅ ਲੱਭਣ ਦੇ ਲਈ, ਕਿ ਇਹ ਮਸਲੇ ਦਾ ਕਦੇ ਸੁਲਝਾਅ ਲੱਭਿਆ ਵੀ ਜਾਏਗਾ। ਕਿਉਂਕਿ ਜਿੰਨੀ ਦੇਰ ਤੱਕ ਬਲੇਮਿੰਗ ਗੇਮ ਜਾਰੀ ਰਹੇਗੀ ਉਤਨੀ ਦੇਰ ਤੱਕ ਕੋਈ ਸੁਲਝਾਅ ਹੈ ਜਿਹੜਾ ਉਹ ਸੰਭਵ ਨਹੀਂ ਹੋਏਗਾ। ਔਰ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹਾਂ, ਇਸ ਦੇ ਵਿੱਚ ਪਬਲਿਕ ਸਰਵਿਸ ਦੇ ਪ੍ਰਤੀ ਲੋਕਾਂ ਦੀ ਜਿਹੜੀ ਵਚਨਬੱਧਤਾ ਹੈ ਉਹਦੇ ਵਿੱਚ ਆਈ ਹੋਈ ਕਮੀ ਦੇ ਕਾਰਨ ਇਸ ਤਰ੍ਹਾਂ ਦੇ ਮਾੜੇ ਹਾਲਾਤ ਨੇ ਜਿਹੜੇ ਪੈਦਾ ਹੋ ਗਏ ਨੇ। ਯਾਦ ਰਹੇ, ਮਸਲੇ ਉਲਝਾਉਣੇ ਬੜੇ ਆਸਾਨ ਹੁੰਦੇ ਨੇ
ਉਹਨਾਂ ਵੱਲ ਤਵੱਜੋ ਨਾ ਦਿਓ, ਮਸਲੇ ਉਲਝਦੇ ਜਾਂਦੇ ਆ। ਉਹਨਾਂ ਮਸਲਿਆਂ ਨੂੰ ਸੁਲਝਾਉਣ ਦੇ ਲਈ ਕਮਿਟਡ ਦੂਰ ਅੰਦੇਸ਼ੀ ਵਾਲੇ ਲੋਕ ਨੇ, ਉਹਨਾਂ ਦੀ ਜ਼ਰੂਰਤ ਹੁੰਦੀ ਹੈ। ਨਹੀਂ ਤੇ ਪਬਲਿਕ ਹੈ ਜਿਹੜੀ ਉਹ ਪਿਸਦੀ ਰਹਿੰਦੀ ਹੈ। ਔਰ ਸਿਹਤ ਸੇਵਾਵਾਂ ਦੇ ਖੇਤਰ ਦੇ ਵਿੱਚ ਨਰਸਾਂ ਦੇ ਕੋਈ ਵੀ ਵਿਅਕਤੀ ਸ਼ੌਕ ਨੂੰ ਤਾਂ ਵੈਸੇ ਕੋਈ ਡਾਕਟਰ ਪਾਸ ਨਹੀਂ ਜਾਂਦਾ, ਨਾ ਹੀ ਹਸਪਤਾਲ ਦੇ ਵਿੱਚ ਜਾਂਦਾ, ਨਾ ਹੀ ਜਾਣਾ ਚਾਹੁੰਦਾ ਹੈ। ਔਰ ਇਹ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦਾ ਉਹ ਦੌਰ ਹੁੰਦਾ ਹੈ ਜਿੱਥੇ ਉਹ ਜਿਉਣ ਤੇ ਮਰਨ, ਬਿਹਤਰ ਜ਼ਿੰਦਗੀ ਤੇ ਨਕਾਰਾ ਜ਼ਿੰਦਗੀ ਦੀ ਕਗਾਰ ਦੇ ਉੱਤੇ ਪਹੁੰਚਿਆ ਹੋਇਆ ਹੁੰਦਾ ਹੈ। ਔਰ ਉੱਥੇ ਅਗਰ ਸਿਹਤ ਸੇਵਾਵਾਂ ਨਾ ਸਹੀ ਮਿਲ ਸਕਣ ਤੇ ਸੁਭਾਵਿਕ ਹੈ ਇਸ ਦੇ ਵਿੱਚੋਂ ਹੋਰ ਜ਼ਿਆਦਾ ਮਸਲੇ ਪੈਦਾ ਹੁੰਦੇ ਨੇ। ਕਿਤਨੇ ਜ਼ਿਆਦਾ ਲੋਕ ਨੇ ਅਸ਼ਾ ਜਿਹੜੇ ਡਾਕਟਰ ਨੂੰ ਨਾ ਮਿਲ ਸਕਣ ਕਾਰਨ, ਜਾਂ ਡਾਕਟਰ ਸਹਾਇਤਾ ਜਿਹੜੀ ਡਾਕਟਰੀ ਸਹਾਇਤਾ ਹੈ ਹਸਪਤਾਲਾਂ ਦੇ ਵਿੱਚ ਨਾ ਮਿਲਣ ਦੇ ਕਾਰਨ, ਵਕਤ ਸਿਰ ਨਾ ਮਿਲਣ ਦੇ ਕਾਰਨ, ਸਹੀ ਤਰੀਕੇ ਨਾਲ ਨਾ ਮਿਲਣ ਦੇ ਕਾਰਨ ਹਸਪਤਾਲ ਦੇ ਵਿੱਚ ਨਹੀਂ ਜਾਂਦੇ। ਉਹਨਾਂ ਦੇ ਜਿਹੜੇ ਸਰੀਰਕ ਮਸਲੇ ਨੇ ਉਹ ਹੋਰ ਜ਼ਿਆਦਾ ਵੱਧਦੇ ਜਾਂਦੇ ਨੇ। ਜਦੋਂ ਮਸਲਿਆਂ ਦੇ ਵਿੱਚ ਹੋਰ ਜ਼ਿਆਦਾ ਬੜੋਤਰੀ ਹੁੰਦੀ ਜਾਂਦੀ ਹੈ ਔਰ ਤਾਂ ਫਿਰ ਵਿਅਕਤੀ ਸੋਚਦਾ, ਜੇ ਸਰਦਾ ਜਿਵੇਂ ਤੁਸੀਂ ਮੈਨੂੰ ਕਹਿੰਦੇ ਸੀ, ਮੈਂ ਤੁਹਾਨੂੰ ਕਿਹਾ ਸੀ ਨਾ ਵੀ ਜੇ ਇਹ ਹਾਲ ਆ ਮੈਂ ਤਾਂ ਮਰ ਜੂੰ ਪਰ ਮੈਂ ਹਸਪਤਾਲ ਨਹੀਂ ਜਾਣਾ, ਐਮਰਜੈਂਸੀ। Yeah, I've heard that quite a few times from you कि आशा ना anything happens, don't take me to emergency. No, I will not go. खैर you wouldn't even know when I'll take you. खैर एमरजेंसी की गल हो रही है दीदी, सही बात है। एमरजेंसी जाने से कई लोग हमारे इस शहर में झिझकाते हैं, they don't want to go, पर सिचुएशन कभी कभी इतना हो जाता है that you have to go, कोई choices नहीं होती। बट अगेन मुझे किसी ने लेटली ये बात कही, कहते मर जाऊंगी लेकिन हॉस्पिटल नहीं जाना। So I said, well, you know, health issues है, you have to go, you need to go get checked out. ਘੰਟਿਆਂ ਵਧੀ ਇੰਤਜ਼ਾਰ ਔਰ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਨਾ ਉੱਥੇ, ਔਰ ਤੁਹਾਨੂੰ ਤਰਸ ਆ ਜਾਂਦਾ ਡਾਕਟਰਾਂ ਤੇ ਨਰਸਾਂ ਦੇ ਉੱਤੇ ਵੀ, ਬਿਲਕੁਲ, ਜਿਨ੍ਹਾਂ ਨੂੰ ਸਾਰਾ ਦਿਨ ਕਈ ਵਾਰੀ ਪਾਣੀ ਪੀਣ ਦੀ ਵੇਲ ਨਹੀਂ ਮਿਲਦੀ। Yes. ਪਾਣੀ ਤੱਕ ਪੀਣ ਦੀ ਵੇਲ ਨਹੀਂ ਮਿਲਦੀ। ਉਹਨਾਂ ਨੂੰ ਬ੍ਰੇਕ ਹੈ ਜਿਹੜੀ ਉਹਦੇ ਵਿੱਚ ਵੀ ਉਹ ਐਡਜਸਟ ਕਰਨ ਦੀ ਕੋਸ਼ਿਸ਼ ਕਰਦੇ ਆ। ਔਰ ਉਧਰੋਂ ਜਿਹੜੇ ਮਰੀਜ਼ ਨੇ, ਮਰੀਜ਼ਾਂ ਨੂੰ ਲੈ ਕੇ ਜਾਣ ਵਾਲੇ ਜਿਹੜੇ ਵਿਅਕਤੀ ਨੇ, ਉਹ ਸਾਰੇ ਦੇ ਸਾਰੇ ਇਹੋ ਜਿਹਾ ਖਿਆਟਿਕ एनवायरमेंट ਹੁੰਦਾ ਨਾ ਆਸ਼ਾ ਨਾ ਵੀ मैं हैरान, मैं कहनी भी रब्बा चक ली उत्थे ना लेके जाए। रिसेंटली मुझे एमरजेंसी जाने का मौका मिला और देयर वाज अ नर्स देयर जो बेचारी दौड़ी फिरती थी, काम कर रही थी, एंड देन हर हेयर वाज सो मेस्ड अप एंड एवरीथिंग। तो मैं उससे बात कर रही थी, मैंने कहा कि कहती यू नो व्हाट, आई डोंट इवन हैव टाइम टू सेट अप माय हेयर, इतना टाइम नहीं है बाल बोने टाइम है, अपने बालों को सही कर लो। सो इस तरह के सिचुएशन में हमारे नर्सेज और डॉक्टर्स है सरी में, और आई डू सिंपथाइज विद दैम। ये हमें फील हो रहा है, और इसीलिए लोग जब वॉक इन क्लिनिक में जाते हैं उनको जगह नहीं मिलता है। कई लोग एमरजेंसी जाने से छिचकाते हैं, कहते कि डॉक्टर्स और नर्सेज पे कितना ज़्यादा बर्डन होता है कि हम एमरजेंसी पेशेंट्स नहीं है, लेकिन वॉक इन क्लिनिक हमें नहीं ले रहा, हमारे पास फैमिली डॉक्टर नहीं है, हमारे पास कोई चॉइस नहीं है रादर देन गोइंग टू द इमरजेंसी। तो ये सिचुएशन हमारे शहर सरी का है, जिसे हम लोगों को हल करना बहुत ज़रूरी है। और चाहे आप अपने लोकल एमपी या लोकल एमएलए, वैसे एमएलए को करना चाहिए इन चीज़ों के पहुंचाने तक, लेकिन हाँ जो एमपीज़ भी हैं उनको भी बताना चाहिए कि दिस इज़ व्हाट आवर सिचुएशन इज़। मे बी ट्रूडो जो हमारे प्राइम मिनिस्टर है वो हमारे शहर की तरफ भी आँख उठा के देख ले, क्योंकि ज़्यादा करके आजकल बाहर मुल्कों की तरफ उसके आँख उठी हुई है। बाहर मुल्कों के लोगों को हेल्प करना, हेल्थ क्राइसिस है उनकी इश्यूज़ है, लेकिन अपने मुल्क में, अपने शहर में जो क्राइसिस है उसके बारे में शायद एमपीज़ बताते नहीं है, या फिर ट्रूडो हमारे शहर को, हमारे मुल्क को छोड़ के दूसरे मुल्कों को सुधार करने के लिए ज़्यादा सोच समझ रखते हैं। दिस इज़ समथिंग दैट वी ऑल हैव टू फिगर आउट कि हो क्या रहा है। और याद रखो, हम जो आम जनता है ना, हमारा ही फ़र्ज़ बनता है कि इन बातों को बाहर लेकर आओ और इन बातों को सुधारो। ये सुधारने वाली बातें हैं, और इसे सुधारने के लिए हम लोगों को बहुत ज़्यादा अपने आप को होशियार से काम करना चाहिए। अपने आप को बताना चाहिए कि यस, मैं सिर्फ अपने लिए नहीं, लेकिन अपने शहर के हर एक व्यक्ति, हर एक इंसान जो हमारे शहर में है, उनकी आवाज़ बनो। याद रखो, कभी कभी ऐसा सिचुएशन आ जाता है कि कुछ लोग अपने लिए बोल नहीं सकते,
आपको उनकी आवाज़ बनना चाहिए। आप इकट्ठे होकर बहुत कुछ हासिल हो सकते हो, कर सकते हो, लेकिन अकेले शायद नामुमकिन हो। तो इसलिए अगर हमारे शहर में हेल्थ क्राइसिस है, उसे एक्सेप्ट करो कि हाँ है। अगर उसके लिए कोई सोल्यूशन ढूंढना है तो उसके लिए मेहनत करो, काम करो, सो दैट वी कैन कम आउट विद अ सोल्यूशन जहाँ पर हेल्थ क्राइसिस हम कम कर सके, हटा सके। बिल्कुल तो नहीं हट सकता है, लेकिन हाँ उसे कम ज़रूर कर सकते हैं, सो दैट कल को खुदा न खासा आपको इमरजेंसी जाना पड़ा तो आपके लिए वहाँ डॉक्टर्स की शॉर्टेज नहीं होगी, नर्सेस की शॉर्टेज नहीं होगी। ਨਾਲੇ ਆਸ਼ਾ ਨੇ ਕੱਲ ਇਹ ਵੀ ਸੋਚ ਲੈਣੀ ਚਾਹੀਦੀ ਹੈ ਜੀ ਕਿ ਉਹ ਸਮਾਜ ਜਿਸ ਦੇ ਵਿੱਚ ਜਾਨ ਤੇ ਮਾਲ ਦੀ ਰੱਖਿਆ ਨਹੀਂ ਹੁੰਦੀ, ਉੱਥੇ ਲੋਕੀ ਵੀ ਰਹਿਣਾ ਪਸੰਦ ਨਹੀਂ ਕਰਦੇ। ਔਰ ਕਿਤੇ ਹਾਲਾਤ ਨੇ ਜਿਹੜੇ ਉੱਥੇ ਨਾ ਪਹੁੰਚ ਜਾਣ, ਔਰ ਉਹਦੇ ਲਈ ਲਾਮਬੰਦ ਹੋਣਾ ਜ਼ਰੂਰੀ ਹੈ। ਔਰ ਮੈਂ ਇੱਥੇ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੀ ਕਿ ਦੂਰ ਅੰਦੇਸ਼ੀ ਨਾ ਰੱਖਣ ਵਾਲੇ ਵਿਅਕਤੀ ਨੇ ਜਿਹੜੇ, ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਮੋਹਰੀ ਨਹੀਂ ਹੋਣਾ ਚਾਹੀਦਾ। ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਤੁਸੀਂ ਨਕੰਮੇ ਲੀਡਰ ਚੁਣਦੇ ਹੋ ਨਾ ਤਾਂ ਹਾਲਤ ਇਹੋ ਜਿਹੀ ਹੁੰਦੀ ਹੈ। ਮਸਲਿਆਂ ਦੇ ਵਿੱਚੋਂ ਸੁਲਝਾਅ ਲੱਭਣ ਵਾਲੇ, ਮੁਲਕ ਨੂੰ, ਸ਼ਹਿਰ ਨੂੰ ਤੇ ਦੇਸ਼ ਨੂੰ ਅਗਾਂਹ ਲਿਜਾਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦੀ ਭਾਲ ਨਿਰੰਤਰ ਜਾਰੀ ਰਹਿੰਦੀ ਹੈ। ਪਰ ਗੁੰਮਰਾਹ ਕਰਨ ਵਾਲੇ ਤੇ ਵਕਤੀ ਤੌਰ ਦੇ ਉੱਤੇ ਆਪਣੇ ਮਫਾਦ ਨੂੰ ਮੁੱਖ ਰੱਖ ਕੇ ਚੱਲਣ ਵਾਲੇ ਲੋਕਾਂ ਦੀ ਭਰਮਾਰ ਹਮੇਸ਼ਾ ਜ਼ਿਆਦਾ ਰਹੀ ਹੈ। ਔਰ ਛਾਤਰ ਲੋਕ ਤਾਂ ਖੈਰ ਤੁਹਾਡੀ ਕਹੀ ਤੁਹਾਡੇ ਗਲ ਦੇ ਵਿੱਚ ਪਾ ਜਾਂਦੇ ਨੇ, ਤੁਹਾਡੀਆਂ ਜੁੱਤੀਆਂ ਤੁਹਾਡੇ ਹੀ ਸਿਰ ਦੇ ਉੱਤੇ ਮਾਰ ਜਾਂਦੇ ਨੇ। वैसे दीदी एक बात मुझे समझ नहीं आती, हमारे शहर में इतने ऊंचे ऊंचे इमारतें हैं, ਹਾਂ कितने स्टोरीज 52, 57, पता नहीं कितने इमारतें बने हुए हैं, कितने बातें आई है सामने। क्या हमारे शहर के लोगों को नहीं पता कि हमें अस्पताल चाहिए? ये जो इमारतें बनते थे तब आवाज़ क्यों नहीं उठाई गई? तब लोगों ने क्यों नहीं बोला कि इतने बड़े बड़े इमारतें खड़े कर रहे हो सरी में, तो यहाँ पर एक अस्पताल भी खड़े कर दो। क्योंकि इतने लोगों को सेवा देने के लिए हमारे सरी मेमोरियल हॉस्पिटल पूरा नहीं है। हमारे शहर में इतने डॉक्टर्स नहीं है, नर्सेज नहीं है। हमें उनको भी यहाँ बुलाना है। अस्पताल अगर दूसरा होगा, अस्पताल में अगर वर्कलोड कम होगा तो बहुत मसले हल हो सकती है। ऊंची ऊंची इमारतें खड़ी हो गई सरी में, लेकिन अस्पताल नहीं खड़ा कर सके। ਦੇਖੋ ਆਸ਼ਿਆਨਾ ਜਿਹੜੇ ਭਵਿੱਖ ਹੈ ਨਾ ਉਹਦੇ ਵਿੱਚ ਚਾਹੇ ਅੱਜ ਕਰ ਲੈਣ ਚਾਹੇ ਕੱਲ ਨੂੰ ਕਰ ਲੈਣ, 30+ ਸਟੋਰੀਜ਼ ਦੇ ਟਾਵਰ ਨੇ ਨਾ ਜਿਹੜੇ, हाँ जी ਉਹ ਸਰੀ ਮੈਮੋਰੀਅਲ ਹਸਪੀਟਲ ਦੀ ਮੌਜੂਦਾ ਲੋੜ ਹੈ। जी ਔਰ ਸਰੀ ਮੈਮੋਰੀਅਲ ਹਸਪੀਟਲ ਦੇ ਸਾਹਮਣੇ ਜਿਹੜਾ ਥਾਂ ਹੈ, ਜੇ ਜ਼ਿਆਦਾ ਲੰਬੀ ਸਮੇਂ ਦੀ ਸੋਚ ਰੱਖਣ ਵਾਲੀਆਂ ਸਰਕਾਰਾਂ ਹੁੰਦੀਆਂ ਤਾਂ ਉਸ ਸੈਕਟਰ ਦੇ ਦੋਵਾਂ ਪਾਸਿਆਂ ਤੇ ਜਿਹੜੇ ਹੈਲਥ ਸਰਵਿਸਿਜ਼ ਸਰੀ ਮੈਮੋਰੀਅਲ ਹਸਪੀਟਲ ਦੇ ਨਾਲ ਸੰਬੰਧਿਤ ਜਿਹੜੀਆਂ ਬਿਲਡਿੰਗਸ ਨੇ ਉਹ ਉੱਚੀਆਂ ਹੁੰਦੀਆਂ। ਮੰਨਦੀਆਂ ਉੱਥੇ ਆਪਣੇ ਮੈਡੀਕਲ ਸੈਂਟਰ ਬਣੇ ਨੇ, ਉਹ ਵੀ ਤਾਂ ਕਿਸੇ ਦੀ ਦੂਰ ਅੰਦੇਸ਼ੀ ਹੈ। ਅਗਰ ਇੱਕ ਪ੍ਰਾਈਵੇਟ ਸੈਕਟਰ ਦੂਰ ਅੰਦੇਸ਼ੀ ਰੱਖ ਸਕਦਾ ਹੈ ਤਾਂ ਸਰਕਾਰਾਂ ਕਿਉਂ ਨਹੀਂ? खैर दोस्तों, ਫਰੇਜ਼ਰ ਹੈਲਥ ਕਿਉਂ ਨਹੀਂ? सरी के हेल्थ क्राइसिस के बारे में हम ज़रूर आगे चल के भी प्रोग्राम्स में बात करेंगे। जैसे जैसे सुधार होगी, जो जो इन्फॉर्मेशन हमें पता चलेगा आप तक पहुंचाने की हमारी पूरी कोशिश रहेगी। चाहे वो हमारा अस्पताल है, चाहे हमारे पब्लिक सेफ्टी है, चाहे हमारे पब्लिक ट्रांसपोर्टेशन है, ये सारी जो सरी से जुड़े हुए हैं आप तक पहुंचाने की 106.9 माई FM पर हम लोग आप तक ज़रूर पहुंचाएंगे, क्योंकि ये सरी का रेडियो है, सरी के साथ हम हैं और सरी हमारा शहर है। बड़े प्राउडली हम इसे अपना शहर मानते हैं और अपना फ़र्ज़ जो है वो ज़रूर पूरा करेंगे। साथ देने के लिए शुक्रिया। Until next time, goodbye and be safe। ਪ੍ਰੋਗਰਾਮ ਦੇ ਵਿੱਚ ਸਮਾਂ ਤੇ ਸੋਚ ਸਾਂਝੀ ਕਰਨ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।